ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰ ਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਧੰਨ ਧੰਨ ਸ਼ਬਦਾ ਅਵਤਾਰ, ਚਵਰ ਛਤਰ ਤਖਤ ਦੇ ਮਾਲਿਕ, ਗਿਆਨ ਸਰੂਪ ਬੋਹਿਤ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰਾਂ ਦੀ ਹਜ਼ੂਰੀ ਵਿਖੇ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਨੇ ਹੁਣੇ ਹੁਣੇ ਸੋਦਰ ਸੰਧਿਆ ਰਹਿਰਾਜ ਜੀ ਦੇ ਜਾਪ ਸ਼ਰਵਣ ਕੀਤੇ। ਉਪਰੰਤ ਭਾਈ ਸਾਹਿਬ ਜੀ ਦੇ ਦੁਆਰਾ ਆਰਤੀ ਦਾ ਪੂਜਨ ਹੋਇਆ, ਸ਼ਬਦ ਕੀਰਤਨ ਹੋਇਆ। ਆਓ ਸਾਧ ਸੰਗਤ ਜੀ, ਹੁਣ ਆਪਾਂ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਐ ਕਰ ਨੌਨ ਦੀ ਆਵੇ ਧਾਏ, ਉਹਨਾਂ ਦੇ ਦੁਆਰਾ ਬਖਸ਼ਿਸ਼ ਕੀਤੇ ਹੋਏ ਸ਼ਬਦ ਦੇ ਦੁਆਰਾ ਵਿਚਾਰ ਕਰੀਏ। ਸਤਿਗੁਰੂ ਪਾਤਸ਼ਾਹ ਜੀ ਰਾਮ ਕਲੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਦੇ ਹਨ। ਰਾਗ ਰਾਮ ਕਲੀ ਮਹੱਲਾ ਨਾਵਾਂ ਤਿਪਦੀ। ਸਤਿਗੁਰੂ ਪਾਤਸ਼ਾਹ ਜੀ ਰਾਗ ਰਾਮ ਕਲੀ ਦੇ ਵਿੱਚ ਨੌਵੇਂ ਮਹੱਲਾ ਅਰਥਾਤ ਨੌਵੇਂ ਪਾਤਸ਼ਾਹ ਜੀ ਤਿਪਦੇ ਸ਼ਬਦ ਦੇ ਦੁਆਰਾ ਸਾਨੂੰ ਗਿਆਨ ਦੀ ਉਪਦੇਸ਼ ਦੀ ਕਿਰਪਾ ਕਰਦੇ ਹਨ। ਕੀ ਕਿਰਪਾ ਕਰਦੇ ਹਨ? ਰੇ ਮਨ ਓਟ ਲਿਹੋ ਹਰ ਨਾਮਾ, ਜਾਂ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਦ ਨਿਰਬਾਨਾ। ਸਤਿਗੁਰੂ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਿਰਪਾ ਕਰਦੇ ਹਨ ਕਿ ਹੇ ਮਨ, ਤੂੰ ਓਟ ਕਿਹਦੀ ਲੈਣਾ ਕਰ? ਉਸ ਨਾਮ ਦੀ, ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਓਟ ਲੈਣਾ ਕਰ। ਓਟ ਕਿਸ ਨੂੰ ਕਹਿੰਦੇ ਹਨ? ਸਹਾਰੇ ਨੂੰ। ਅਸੀਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਸਾਨੂੰ ਆਪਣਾ ਜੀਵਨ ਜੀਣ ਵਾਸਤੇ ਕੋਈ ਨਾ ਕੋਈ ਸਹਾਰਾ ਚਾਹੀਦਾ ਹੈ। ਇਸੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਅਸੀਂ ਸੰਸਾਰ ਦੇ ਸਹਾਰੇ ਭਾਲਦੇ ਹਾਂ, ਜਿਨ੍ਹਾਂ ਸੰਸਾਰ ਦੇ ਸਹਾਰਿਆਂ ਦੇ ਉੱਤੇ ਅਸੀਂ ਆਪਣਾ ਜੀਵਨ ਚਲਾਉਂਦੇ ਹਾਂ, ਜਦੋਂ ਗਹਿਰਾਈ ਦੇ ਨਾਲ ਸੋਚ ਕਰਕੇ ਵਿਚਾਰ ਕਰਕੇ ਦੇਖਾਂਗੇ ਕਿ ਜਿਨ੍ਹਾਂ ਨੂੰ ਅਸੀਂ ਆਪਣਾ ਸਹਾਰਾ ਮੰਨਦੇ ਹਾਂ ਉਹ ਕੀ ਹਨ? ਸੰਸਾਰ ਦੇ ਵਿਅਕਤੀ, ਸੰਸਾਰ ਦੀਆਂ ਵਸਤੂਆਂ, ਸੰਸਾਰ ਦੇ ਪਦਾਰਥ। ਜਦੋਂ ਸੰਸਾਰ ਦੇ ਵਿਅਕਤੀ, ਸੰਸਾਰ ਦੀਆਂ ਵਸਤੂਆਂ, ਸੰਸਾਰ ਦੇ ਜਿਹੜੇ ਪਦਾਰਥ ਹਨ ਉਹ ਖੁਦ ਹਮੇਸ਼ਾ ਰਹਿਣ ਵਾਲੇ ਨਹੀਂ ਹਨ, ਫਿਰ ਸਾਨੂੰ ਉਹਨਾਂ ਦੇ ਸਹਾਰੇ 'ਤੇ ਰਹਿ ਕਰਕੇ ਕਿਵੇਂ ਅਸੀਂ ਆਪਣਾ ਜੀਵਨ ਚਲਾ ਸਕਦੇ? ਇੱਕ ਨਾ ਇੱਕ ਦਿਨ ਹਰ ਵਸਤੂ ਨੇ ਸਾਥ ਛੱਡ ਜਾਣਾ ਹੈ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਕਿਰਪਾ ਕਰਦੇ ਹਨ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੀ ਕਾਲ। ਜਿਹੜੀ ਵੀ ਵਸਤੂ ਇਸ ਸੰਸਾਰ ਦੇ ਵਿੱਚ ਪੈਦਾ ਹੋਈ ਹੈ, ਉਤਪੰਨ ਹੋਈ ਹੈ, ਉਸ ਨੇ ਇੱਕ ਨਾ ਇੱਕ ਦਿਨ ਨਾਸ਼ ਨੂੰ ਅਵਸ਼ ਪ੍ਰਾਪਤ ਹੋਣਾ ਹੈ। ਉਸ ਦਾ ਇੱਕ ਨਾ ਇੱਕ ਦਿਨ ਨਾਸ਼ ਅਵਸ਼ ਹੋਣਾ ਹੈ। ਅਸੀਂ ਉਹਨਾਂ ਨਾਸ਼ਵਾਨ ਵਸਤੂਆਂ ਦੇ ਵਿੱਚੋਂ ਸਹਾਰਾ ਲੱਭਦੇ ਹਾਂ, ਓਟ ਲੱਭਦੇ ਹਾਂ। ਉਹਨਾਂ ਵਸਤੂਆਂ, ਵਿਅਕਤੀਆਂ, ਪਦਾਰਥਾਂ ਦੇ ਆਸ਼ਰਿਤ ਹੋ ਕਰਕੇ ਉਸ ਦੇ ਸਹਾਰੇ ਆਪਣਾ ਜੀਵਨ ਜਿਉਂਦੇ ਹਾਂ, ਜਿਸ ਕਾਰਨ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਭੁੱਲ ਕਰਦੇ। ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ, ਮਨ ਰੇ ਓਟ ਲਿਹੋ ਹਰ ਨਾਮਾ। ਅਗਰ ਤੂੰ ਓਟ ਲੈਣੀ ਹੈ, ਆਸਰਾ ਲੈਣਾ ਹੈ, ਸਹਾਰਾ ਲੈਣਾ ਹੈ, ਕਿਸੇ ਦਾ ਆਸਰਾ ਤੱਕਣਾ ਹੈ, ਤਾਂ ਨਾਮ ਦਾ ਆਸਰਾ ਤੱਕ। ਕਿਉਂ ਨਾਮ ਦਾ ਆਸਰਾ ਤੱਕ? ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਜਦੋਂ ਇਸ ਸੰਸਾਰ ਦੇ ਉੱਤੇ ਕਿਸੇ ਨੇ ਨਹੀਂ ਰਹਿਣਾ, ਹਰ ਵਸਤੂ ਨੇ ਨਾਸ਼ ਹੋ ਜਾਣਾ ਹੈ, ਉਦੋਂ ਵੀ ਉਸ ਪਰਮ ਪਿਤਾ ਪਰਮਾਤਮਾ ਨੇ ਰਹਿਣਾ ਹੈ, ਉਸ ਪਰਮੇਸ਼ਰ ਦੇ ਨਾਮ ਨੇ ਰਹਿਣਾ ਹੈ। ਅਸੀਂ ਉਹ ਆਸਰਾ ਤੱਕਦੇ ਹਾਂ ਜਿਹੜਾ ਹਰ ਸਮੇਂ ਰਵੇ, ਹਰ ਜਗ੍ਹਾ ਰਵੇ,
ਕੋਈ ਇਹੋ ਜਿਹਾ ਸਮਾਂ ਨਾ ਹੋਵੇ ਕਿ ਜਦੋਂ ਸਾਡਾ ਉਹ ਆਸਰੇ ਤੋਂ ਅਸੀਂ ਨਿਰਾਸਰਿਤ ਹੋ ਜਾਈਏ। ਇਸ ਵਾਸਤੇ ਭਾਈ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਤਕੀਏ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਕਹਿੰਦੇ ਜਦੋਂ ਅਸੀਂ ਉਸ ਗੋਬਿੰਦ ਦੇ ਆਸਰਿਤ ਹੋ ਕਰਕੇ, ਗੋਪਾਲ ਦੇ ਆਸਰਿਤ ਹੋ ਕਰਕੇ ਸੇਵਾ ਕਰਾਂਗੇ, ਉਹ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਸਾਨੂੰ ਅਵਸ ਆਸਰਾ ਦੇਵੇਗਾ। ਜਦੋਂ ਅਸੀਂ ਉਸ ਪਰਮੇਸ਼ਰ ਦੇ ਆਸ਼ਰਿਤ ਹੋ ਜਾਵਾਂਗੇ ਤਾਂ ਜਿੰਨੇ ਵੀ ਸੰਸਾਰ ਦੇ ਆਸ਼ਰੇ ਹਨ ਉਹ ਸਾਰੇ ਆਪਣੇ ਆਪ ਆ ਕਰਕੇ ਸਾਡੇ ਨਾਲ ਖੜੇ ਹੋ ਜਾਣ। ਕਿਉਂ? ਦ੍ਰਿਸ਼ਟਾਂਤ ਜਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਅਸੀਂ ਸੂਰਜ ਵੱਲ ਪਿੱਠ ਕਰਕੇ ਚੱਲਦੇ ਹਾਂ, ਆਪਣਾ ਜਿਹੜਾ ਪਰਛਾਵਾਂ ਹੈ ਉਸ ਨੂੰ ਅਸੀਂ ਜਿੰਨੀ ਮਰਜ਼ੀ ਫੜਨ ਦੀ ਕੋਸ਼ਿਸ਼ ਕਰ ਲਈਏ, ਕਦੀ ਉਸ ਨੂੰ ਫੜਨ ਦੇ ਵਿੱਚ ਅਸੀਂ ਸਫਲ ਨਹੀਂ ਹੁੰਦੇ। ਜਿਵੇਂ ਜਿਵੇਂ ਅਸੀਂ ਤੁਰਾਂਗੇ, ਜਿਵੇਂ ਜਿਵੇਂ ਅਸੀਂ ਦੌੜਾਂਗੇ, ਸਾਡਾ ਜਿਹੜਾ ਪਰਛਾਵਾਂ ਹੈ ਅੱਗੇ ਅੱਗੇ ਦੌੜਦਾ ਜਾਵੇਗਾ। ਪਰ ਜਦੋਂ ਅਸੀਂ ਪਲਟ ਲਵਾਂਗੇ, ਦੂਸਰੇ ਪਾਸੇ ਨੂੰ ਮੁੱਖ ਕਰ ਲਵਾਂਗੇ, ਸੂਰਜ ਵਾਲੇ ਪਾਸੇ ਸਾਡਾ ਮੁੱਖ ਹੋ ਜਾਵੇਗਾ। ਜਿਵੇਂ ਜਿਵੇਂ ਭਾਈ ਅਸੀਂ ਚੱਲਾਂਗੇ, ਉਹੀ ਸਾਡਾ ਪਰਛਾਵਾਂ ਜਿਸ ਨੂੰ ਅਸੀਂ ਫੜਨ ਦੇ ਵਾਸਤੇ ਦੌੜਦੇ ਪਏ ਸੀ, ਉਹੀ ਪਰਛਾਵਾਂ ਸਾਡੇ ਪਿੱਛੇ ਪਿੱਛੇ ਦੌੜਦਾ ਆਵੇਗਾ। ਸਾਨੂੰ ਉਸ ਪਰਛਾਵੇਂ ਦੇ ਪਿੱਛੇ ਦੌੜਨਾ ਨਹੀਂ ਪਵੇਗਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸੰਸਾਰ ਦੇ ਵਿੱਚ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦਾ ਓਟ ਆਸਰਾ ਲੈ ਕਰਕੇ ਤੱਕ ਚੱਲਾਂਗੇ ਤਾਂ ਜਿੰਨੇ ਵੀ ਭਾਈ ਸੰਸਾਰ ਦੇ ਓਟ ਆਸਰੇ ਹਨ, ਜਿਨ੍ਹਾਂ ਨੂੰ ਅਸੀਂ ਆਪਣੇ ਆਸਰੇ ਮੰਨਦੇ ਹਾਂ, ਉਹ ਸੁਭਾਵਿਕ ਆਪਣੇ ਆਪ ਸਾਡੇ ਪਿੱਛੇ ਚੱਲਣਗੇ, ਆਪਣੇ ਆਪ ਸਾਡੇ ਨਾਲ ਚੱਲਣਗੇ, ਆਪਣੇ ਆਪ ਆ ਕਰਕੇ ਸਾਨੂੰ ਸਹਾਰਾ ਦੇਣਗੇ। ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਆਸਰਾ ਤੱਕਣਾ ਹੈ, ਓਟ ਤੱਕਣੀ ਹੈ, ਕੇਵਲ ਤਾਂ ਕੇਵਲ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਓਟ ਤੱਕਣੀ ਹੈ। ਜਦੋਂ ਅਸੀਂ ਉਸ ਪਰਮੇਸ਼ਰ ਦੀ ਓਟ ਤੱਕਦੇ ਹਾਂ, ਉਸ ਦਾ ਆਸਰਾ ਤੱਕਦੇ ਹਾਂ, ਉਸ ਦੇ ਨਾਮ ਦੇ ਆਸ਼ਰਿਤ ਹੋ ਜਾਂਦੇ ਹਾਂ, ਜਿਹੜਾ ਉਹ ਨਾਮ ਵਾਲਾ ਪਰਮ ਪਿਤਾ ਪਰਮਾਤਮਾ ਨਾਮੀ ਹੈ, ਉਹ ਹਮੇਸ਼ਾ ਵਾਸਤੇ ਸਾਨੂੰ ਆਸਰਾ ਦੇ ਦਿੰਦਾ। ਗੁਰਬਾਣੀ ਦੇ ਵਿੱਚ ਸਾਨੂੰ ਇਹੋ ਜਿਹੇ ਦ੍ਰਿਸ਼ਟਾਂਤ ਪ੍ਰਮਾਣ ਮਿਲਦੇ ਹਨ ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਆਪਣੇ ਜੀਵਨ ਦਾ ਆਸਰਾ ਬਣਾਇਆ ਹੈ, ਨਾਮ ਨੇ ਹਰ ਜਗ੍ਹਾ ਉਹਨਾਂ ਦੇ ਆਸਰਿਤ ਉਹਨਾਂ ਨੂੰ ਆਪਣੇ ਆਸਰਿਤ ਰੱਖ ਕਰਕੇ ਹਰ ਪ੍ਰਕਾਰ ਦੇ ਨਾਲ ਉਹਨਾਂ ਦੀ ਰੱਖਿਆ ਕੀਤੀ। ਜਦੋਂ ਆਪਾਂ ਪ੍ਰਾਚੀਨ ਇਤਿਹਾਸ ਵੱਲ ਦੇਖਦੇ ਹਾਂ, ਸਤਯੁਗ ਦੇ ਵਿੱਚ ਵਿਚਾਰ ਕਰਕੇ ਦੇਖਦੇ ਹਾਂ, ਕਹਿੰਦੇ ਸਤਯੁਗ ਦੇ ਵਿੱਚ ਜਦੋਂ ਇਹ ਸ੍ਰਿਸ਼ਟੀ ਪ੍ਰਾਰੰਭ ਹੋਈ, ਹਰਨਾਕਸ਼ ਅਤੇ ਹਿਰਨਿਆਕਸ਼ਪੂ ਦੋ ਭਰਾ ਸਨ। ਉਹਨਾਂ ਨੇ ਸਾਰੇ ਦੇਵਤਿਆਂ ਦੇ ਨਾਲ ਜੰਗ ਕਰਕੇ ਸਾਰੀ ਪ੍ਰਿਥਵੀ ਦਾ ਰਾਜ ਭਾਗ ਪ੍ਰਾਪਤ ਕਰ ਲਿਆ। ਦੇਵਤਿਆਂ ਨੇ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ, ਜੋਦਰੀਆਂ ਕੀਤੀਆਂ। ਪ੍ਰਮਾਤਮਾ ਨੇ ਵਰਾਹ ਅਵਤਾਰ ਧਾਰਨ ਕਰਕੇ ਹਿਰਨਿਆਕਸ਼ਪੂ ਦਾ ਵੱਧ ਕਰ ਦਿੱਤਾ ਅਤੇ ਦੇਵਤਿਆਂ ਨੂੰ ਰਾਜ ਭਾਗ ਦੇ ਦਿੱਤਾ। ਕਹਿੰਦੇ ਉਸ ਦਾ ਜਿਹੜਾ ਦੂਸਰਾ ਭਰਾ ਹਰਨਾਕਸ਼ ਸੀ, ਉਹ ਜੰਗਲਾਂ ਦੇ ਵਿੱਚ ਜਾ ਕਰਕੇ ਤਪੱਸਿਆ ਕਰਨ ਲੱਗ ਪਿਆ ਕਿ ਮੈਂ ਜਾ ਕਰਕੇ ਜੰਗਲ ਦੇ ਵਿੱਚ ਤਪੱਸਿਆ ਕਰਾਂਗਾ, ਇਹੋ ਜਿਹੇ ਵਰਦਾਨ ਪ੍ਰਾਪਤ ਕਰਾਂਗਾ ਕਿ ਮੈਨੂੰ ਕਦੀ ਵੀ ਮੌਤ ਨਾ ਆਵੇ। ਉਧਰੋਂ ਕਹਿੰਦੇ ਕੀ ਹੁੰਦਾ ਹੈ ਕਿ ਹਰਨਾਕਸ਼ ਦੀ ਜਿਹੜੀ ਪਤਨੀ ਕਿਆਦੂ ਹੈ, ਉਸ ਨੂੰ ਦੇਵਤੇ ਉਠਾ ਕਰਕੇ ਦੇਵ ਲੋਕ ਦੇ ਵਿੱਚ ਲੈ ਕੇ ਜਾ ਰਹੇ। ਰਸਤੇ ਦੇ ਵਿੱਚ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਮਿਲ ਗਿਆ, ਕਿਸੇ ਬ੍ਰਹਮ ਗਿਆਨੀ ਦਾ ਮੇਲ ਹੋ ਗਿਆ, ਨਾਰਦ ਰਿਸ਼ੀ ਮਿਲ ਗਏ। ਨਾਰਦ ਰਿਸ਼ੀ ਨੇ ਉਹਨਾਂ ਦੇਵਤਿਆਂ ਨੂੰ ਪੁੱਛਿਆ ਕਿ ਭਾਈ ਤੁਸੀਂ ਇਸ ਅਵਲਾ ਇਸਤਰੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ, ਕਿਉਂ ਲੈ ਕੇ ਜਾ ਰਹੇ ਹੋ? ਉਹਨਾਂ ਨੇ ਦੱਸਿਆ ਕਿ ਇਸ ਦੇ ਪੇਟ ਦੇ ਵਿੱਚ ਸਾਡਾ ਦੁਸ਼ਮਣ ਹੈ। ਜਦੋਂ ਉਹ ਪੈਦਾ ਹੋਵੇਗਾ, ਪੈਦਾ ਹੋਣ ਤੋਂ ਬਾਅਦ ਅਸੀਂ ਉਸ ਦਾ ਵੱਧ ਕਰ ਦੇਵਾਂਗੇ ਅਤੇ ਇਸ ਇਸਤਰੀ ਨੂੰ ਫਿਰ ਵਾਪਸ ਇਸ ਦੇ ਘਰ ਦੇ ਵਿੱਚ ਛੱਡ ਜਾਵਾਂਗੇ। ਨਾਰਦ ਰਿਸ਼ੀ ਨੇ ਸਮਝਾਇਆ ਕਿ ਭਾਈ ਜਿਹੜਾ ਬੱਚਾ ਅਜੇ ਪੈਦਾ ਨਹੀਂ ਹੋਇਆ, ਉਸ ਬੱਚੇ ਦੇ ਨਾਲ ਤੁਹਾਡਾ ਕੀ ਵੈਰ ਹੈ, ਕੀ ਵਿਰੋਧ ਹੈ? ਅਗਰ ਤੁਹਾਡੀ ਦੁਸ਼ਮਣੀ ਹੈ ਤਾਂ ਹਰਨਾਕਸ਼ ਦੇ ਨਾਲ ਹੈ। ਉਹ ਤੁਹਾਨੂੰ ਪਤਾ ਹੈ ਜੰਗਲ ਦੇ ਵਿੱਚ ਤਪੱਸਿਆ ਕਰ ਰਿਹਾ ਹੈ। ਅਗਰ ਤੁਸੀਂ ਆਪਣੀ ਦੁਸ਼ਮਣੀ ਕੱਢਣੀ ਹੈ ਤਾਂ ਹਰਨਾਕਸ਼ ਦੇ ਨਾਲ ਜਾ ਕਰਕੇ ਕੱਢੋ। ਕਹਿੰਦੇ ਨਾਰਦ ਰਿਸ਼ੀ ਦੇ ਸਮਝਾਉਣ ਦੇ ਉੱਤੇ ਦੇਵਤਿਆਂ ਨੇ ਕਿਆਦੂ ਨੂੰ ਛੱਡ ਦਿੱਤਾ।
ਹੁਣ ਕਿਆਦੂ ਨਾਰਦ ਰਿਸ਼ੀ ਨੂੰ ਕਹਿਣ ਲੱਗੀ, ਪਿਤਾ ਜੀ ਮੇਰਾ ਇਸ ਸੰਸਾਰ ਦੇ ਉੱਤੇ ਕੋਈ ਸਹਾਰਾ ਨਹੀਂ ਹੈ, ਕਿਉਂਕਿ ਮੇਰਾ ਜਿਹੜਾ ਪਤੀ ਹੈ ਉਹ ਜੰਗਲ ਦੇ ਵਿੱਚ ਤਪੱਸਿਆ ਕਰ ਰਿਹਾ ਹੈ। ਮੇਰੇ ਦੁਸ਼ਮਣ ਮੈਨੂੰ ਬਾਰ-ਬਾਰ ਤੰਗ ਕਰਨਗੇ, ਇਸ ਵਾਸਤੇ ਜਿੰਨਾ ਚਿਰ ਤੱਕ ਮੇਰਾ ਪਤੀ ਵਾਪਸ ਨਹੀਂ ਆ ਜਾਂਦਾ ਮੈਂ ਤੁਹਾਡੇ ਆਸ਼ਰਮ ਦੇ ਵਿੱਚ ਰਹਿਣਾ ਚਾਹੁੰਦੀ ਹਾਂ। ਕਹਿੰਦੇ ਨਾਰਦ ਰਿਸ਼ੀ ਨੇ ਆਪਣੇ ਆਸ਼ਰਮ ਦੇ ਲਾਗੇ ਕਿਆਦੂ ਨੂੰ ਕੁਟੀਆ ਬਣਾ ਦਿੱਤੀ। ਕਿਆਦੂ ਰੋਜ਼ਾਨਾ ਆਸ਼ਰਮ ਦੇ ਵਿੱਚ ਸੇਵਾ ਕਰਨ ਆਉਂਦੀ ਹੈ, ਰੋਜ਼ਾਨਾ ਆ ਕਰਕੇ ਸੇਵਾ ਕਰਦੀ ਹੈ, ਸਿਮਰਨ ਕਰਦੀ ਹੈ, ਸਤਸੰਗ ਕਰਦੀ ਹੈ। ਕਿਉਂਕਿ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਜਿਹੋ ਜਿਹੇ ਸੰਸਕਾਰ ਉਸ ਸਮੇਂ ਮਾਤਾ ਦੇ ਹੁੰਦੇ ਹਨ, ਜਿਹੋ ਜਿਹੇ ਕਰਮ ਉਸ ਸਮੇਂ ਮਾਤਾ ਕਰਦੀ ਹੈ, ਉਸੇ ਦਾ ਪ੍ਰਭਾਵ ਬੱਚੇ ਤੇ ਪੈਂਦਾ ਹੈ। ਇਹ ਸਾਨੂੰ ਮਹਾਭਾਰਤ ਦੇ ਯੁੱਧ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਜਿਹੜਾ ਅਭਿਮਨੂ ਹੈ ਉਸਨੇ ਆਪਣੀ ਮਾਤਾ ਸੁਭਦਰਾ ਦੇ ਪੇਟ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਚੱਕਰਵਿਊਹ ਦੇ ਵਿੱਚ ਪ੍ਰਵੇਸ਼ ਕਰਨ ਦੀ ਵਿੱਦਿਆ ਸਿੱਖ ਲਈ ਸੀ। ਜਦੋਂ ਅਰਜਨ ਸੁਭਦਰਾ ਨੂੰ ਇਹ ਕਥਾ ਸੁਣਾ ਰਿਹਾ ਸੀ, ਕਹਿੰਦੇ ਪੇਟ ਦੇ ਵਿੱਚ ਅਭਿਮਨੂ ਸਾਰੀ ਕਥਾ ਸੁਣਦਾ ਸੀ। ਜਦੋਂ ਉਸ ਚੱਕਰਵਿਊਹ ਦੇ ਵਿੱਚੋਂ ਬਾਹਰ ਆਉਣ ਦਾ ਪ੍ਰਸੰਗ ਸ਼ੁਰੂ ਹੋਇਆ, ਸੁਭਦਰਾ ਦੀ ਅੱਖ ਲੱਗ ਗਈ, ਸੁਭਦਰਾ ਵੀ ਸੌਂ ਗਈ। ਜਦੋਂ ਮਾਤਾ ਸੌਂ ਜਾਂਦੀ ਹੈ, ਗਰਭ ਦੇ ਵਿੱਚ ਰਹਿਣ ਵਾਲਾ ਬੱਚਾ ਵੀ ਸੌਂ ਜਾਂਦਾ ਹੈ। ਇਸ ਕਰਕੇ ਕਹਿੰਦੇ ਅਭਿਮਨੂ ਦੀ ਮੌਤ ਕਦੋਂ ਆਈ, ਮ੍ਰਿਤਿੂ ਕਦੋਂ ਆਈ? ਕਿਉਂਕਿ ਉਹ ਚੱਕਰਵਿਊਹ ਦੇ ਵਿੱਚ ਪ੍ਰਵੇਸ਼ ਕਰਨਾ ਜਾਣਦਾ ਸੀ, ਪਰ ਚੱਕਰਵਿਊਹ ਦੇ ਵਿੱਚੋਂ ਬਾਹਰ ਕਿਵੇਂ ਆਉਣਾ ਹੈ ਇਹ ਨਹੀਂ ਸੀ ਜਾਣਦਾ। ਇਸ ਕਰਕੇ ਭਾਈ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਜਿਹੜੇ ਬੱਚੇ ਹਨ ਉਹਨਾਂ ਦੇ ਧਾਰਮਿਕ ਸੰਸਕਾਰ ਨਹੀਂ ਹਨ। ਸਾਡੇ ਬੱਚੇ ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਸਤਸੰਗ ਨਹੀਂ ਕਰਦੇ, ਪਰਉਪਕਾਰ ਨਹੀਂ ਕਰਦੇ। ਇਸ ਦੇ ਪਿੱਛੇ ਕਾਰਨ ਅਸੀਂ ਆਪ ਹਾਂ। ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਸ ਸਮੇਂ ਜਿਹੋ ਜਿਹੇ ਕਰਮ ਮਾਤਾ ਕਰਦੀ ਹੈ ਉਸੇ ਦਾ ਪ੍ਰਭਾਵ ਬੱਚੇ ਤੇ ਪੈਂਦਾ ਹੈ। ਇਹ ਸਾਡੀ ਆਪਣੀ ਘਾੜਤ ਹੈ ਕਿ ਅਸੀਂ ਬੱਚੇ ਨੂੰ ਕਿਹੋ ਜਿਹੇ ਸੰਸਕਾਰ ਦੇਣੇ ਹਨ। ਅਗਰ ਅਸੀਂ ਉਸ ਸਮੇਂ ਸੇਵਾ ਕਰਾਂਗੇ, ਸਿਮਰਨ ਕਰਾਂਗੇ, ਭਜਨ ਕਰਾਂਗੇ, ਬੰਦਗੀ ਕਰਾਂਗੇ, ਅਰਾਧਨਾ ਕਰਾਂਗੇ, ਤਾਂ ਸੁਭਾਵਿਕ ਹੈ ਸਾਡਾ ਜਿਹੜਾ ਬੱਚਾ ਹੈ ਉਹ ਗੁਰਸਿੱਖ ਬਣੇਗਾ, ਉਹ ਸੇਵਾ, ਸਿਮਰਨ, ਸਤਸੰਗ, ਪਰਉਪਕਾਰੀ ਜੀਵ ਬਣੇਗਾ। ਅਗਰ ਅਸੀਂ ਦਿਨ ਰਾਤ ਆਪਣੇ ਫੋਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਦੇਖਾਂਗੇ, ਤਰ੍ਹਾਂ ਤਰ੍ਹਾਂ ਦੇ ਵਿਚਾਰ ਸਾਡੇ ਮਨ ਦੇ ਵਿੱਚ ਆਉਣਗੇ, ਉਸੇ ਦਾ ਪ੍ਰਭਾਵ ਸਾਡੇ ਬੱਚੇ ਤੇ ਪਵੇਗਾ। ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਪਰੇਸ਼ਾਨ ਹੋਵਾਂਗੇ ਕਿ ਸਾਡੇ ਜਿਹੜੇ ਬੱਚੇ ਹਨ ਉਹ ਸਦਾਚਾਰੀ ਕਿਉਂ ਨਹੀਂ ਬਣਦੇ, ਸਾਡੇ ਜਿਹੜੇ ਬੱਚੇ ਹਨ ਉਹ ਗੁਰਸਿੱਖ ਕਿਉਂ ਨਹੀਂ ਬਣਦੇ, ਸਾਡੇ ਬੱਚੇ ਗੁਰੂ ਘਰ ਕਿਉਂ ਨਹੀਂ ਜਾਂਦੇ, ਇਹਨਾਂ ਦਾ ਮਨ ਗੁਰੂ ਘਰ ਜਾਣ ਵਿੱਚ ਕਿਉਂ ਨਹੀਂ ਲੱਗਦਾ। ਕਿਉਂਕਿ ਜਿਹੋ ਜੇ ਅਸੀਂ ਸੰਸਕਾਰ ਉਸ ਬੱਚੇ ਨੂੰ ਦੇ ਦੇਵਾਂਗੇ, ਉਸੇ ਦੇ ਅਨੁਸਾਰ ਉਸ ਬੱਚੇ ਦਾ ਜੀਵਨ ਚੱਲੇਗਾ। ਕਹਿੰਦੇ ਕਰਦਿਆਂ ਕਰਦਿਆਂ ਸਮਾਂ ਬੀਤਦਾ ਗਿਆ। ਕਿਆਦੂ ਦੇ ਘਰ ਬੱਚੇ ਦਾ ਜਨਮ ਹੋਇਆ, ਨਾਮ ਰੱਖਿਆ ਗਿਆ ਪ੍ਰਹਿਲਾਦ। ਉਹਨੇ ਸਮੇਂ ਨੂੰ ਹਰਨਾਕਸ਼ ਤਪੱਸਿਆ ਕਰਕੇ ਅਨੇਕ ਪ੍ਰਕਾਰ ਦੇ ਵਰਦਾਨ ਲੈ ਕਰਕੇ ਵਾਪਸ ਆ ਗਿਆ ਕਿ ਨਾ ਮੈਂ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਇਸ ਪ੍ਰਕਾਰ ਦੇ ਅਨੇਕ ਵਰਦਾਨ ਲੈ ਕੇ ਬ੍ਰਹਮਾ ਜੀ ਦੇ ਕੋਲੋਂ ਵਾਪਸ ਆ ਗਿਆ। ਆ ਕਰਕੇ ਆਪਣੀ ਧਰਮ ਪਤਨੀ ਨੂੰ ਆਪਣੇ ਮਹਿਲਾਂ ਦੇ ਵਿੱਚ ਲੈ ਆਇਆ, ਦੇਵਤਿਆਂ ਨੂੰ ਸਾਰਿਆਂ ਨੂੰ ਭਜਾ ਦਿੱਤਾ, ਆਪਣਾ ਰਾਜ ਭਾਗ ਕਾਇਮ ਕਰ ਲਿਆ। ਕਹਿੰਦੇ ਉਸਨੇ ਤਿੰਨਾਂ ਲੋਕਾਂ ਦੇ ਉੱਤੇ ਵਿਜੇ ਪ੍ਰਾਪਤ ਕਰ ਲਈ। ਤਿੰਨਾਂ ਲੋਕਾਂ ਦੇ ਉੱਤੇ ਵਿਜੇ ਪ੍ਰਾਪਤ ਕਰਨ ਤੋਂ ਬਾਅਦ ਸਾਰਿਆਂ ਨੂੰ ਇਹ ਆਗਿਆ ਕਰ ਦਿੱਤੀ ਕਿ ਭਾਈ ਕਿਸੇ ਨੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਣਾ। ਕਿਸੇ ਨੇ ਅਗਰ ਨਾਮ ਜਪਣਾ ਹੈ ਤਾਂ ਮੇਰਾ ਨਾਮ ਜਪਣਾ ਹੈ। ਜਲੇ ਹਰਨਾਕਸ਼ ਥਲੇ ਹਰਨਾਕਸ਼, ਅਰਥਾਤ ਕਿਸੇ ਨੇ ਨਾਮ ਦੀ ਆਰਾਧਨਾ ਕਰਨੀ ਹੈ ਤਾਂ ਮੇਰੇ ਨਾਮ ਦੀ ਆਰਾਧਨਾ ਕਰੇ। ਸਮਾਂ ਕਹਿੰਦੇ ਬੀਤਦਾ ਗਿਆ। ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਦੇਖਦੇ ਹਾਂ ਕਿ ਬੱਚੇ ਹੌਲੀ ਹੌਲੀ ਵੱਡੇ ਹੁੰਦੇ ਹਨ। ਹੌਲੀ ਹੌਲੀ ਬੱਚਾ 5-6 ਸਾਲ ਦਾ ਹੋਇਆ, ਪ੍ਰਹਿਲਾਦ ਨੂੰ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਭੇਜਣਾ ਸ਼ੁਰੂ ਕੀਤਾ ਗਿਆ। ਪ੍ਰਹਿਲਾਦ ਸਕੂਲ ਦੇ ਵਿੱਚ ਜਾਂਦਾ ਹੈ, ਪੜ੍ਹ ਕੇ ਆਪਣੇ ਘਰ ਦੇ ਵਿੱਚ ਵਾਪਸ ਆਉਂਦਾ ਹੈ। ਇੱਕ ਦਿਨ ਜਾਂਦਿਆਂ ਜਾਂਦਿਆਂ ਕੀ ਘਟਨਾ ਘਟਦੀ ਹੈ ਕਿ ਪ੍ਰਹਿਲਾਦ ਦੇਖਦਾ ਹੈ ਇੱਕ ਘੁਮਿਆਰੀ ਨੇ ਹੱਥ ਦੇ ਵਿੱਚ ਤੁਲਸੀ ਦੀ ਮਾਲਾ ਫੜੀ ਹੋਈ ਹੈ ਅਤੇ ਰਾਮ ਨਾਮ ਦਾ ਜਾਪ ਕਰ ਰਹੀ। ਪ੍ਰਹਿਲਾਦ ਦੇਖ ਕਰਕੇ ਹੈਰਾਨ ਹੋ ਗਿਆ। ਉਸ ਘੁਮਿਆਰੀ ਨੂੰ ਜਾ ਕਰਕੇ ਪੁੱਛਿਆ ਕਿ ਤੈਨੂੰ ਰਾਜ ਆਗਿਆ ਦਾ ਡਰ ਨਹੀਂ ਹੈ? ਮੇਰੇ ਪਿਤਾ ਨੇ ਆਗਿਆ ਕੀਤੀ ਹੋਈ ਹੈ ਕਿ ਜਿਹੜਾ ਵੀ ਕੋਈ ਪ੍ਰਮਾਤਮਾ ਦਾ ਨਾਮ ਜਪੇਗਾ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ।
ਅਗਰ ਕਿਸੇ ਨੇ ਨਾਮ ਜਪਣਾ ਹੈ ਤਾਂ ਹਰਨਾਕਸ਼ ਦਾ ਨਾਮ ਜਪਣਾ ਹੈ, ਤੂੰ ਰਾਜ ਆਗਿਆ ਦਾ ਉਲੰਘਣ ਕਿਉਂ ਕਰੇ। ਕਹਿੰਦੇ ਉਸ ਘੁਮਿਆਰੀ ਨੇ ਕਿਹਾ ਕਿ ਜਿਹੜਾ ਕੰਮ ਪਰਮਾਤਮਾ ਦਾ ਨਾਮ ਕਰ ਸਕਦਾ ਹੈ, ਉਹ ਕੰਮ ਦੂਸਰਾ ਕੋਈ ਨਾਮ ਨਹੀਂ ਕਰ ਸਕਦਾ। ਪ੍ਰਹਿਲਾਦ ਹੈਰਾਨ ਹੋ ਗਿਆ। ਕਹਿੰਦਾ ਜਿਹੜਾ ਮੇਰਾ ਪਿਤਾ ਹੈ ਤਿੰਨਾਂ ਲੋਕਾਂ ਦਾ ਮਾਲਕ ਹੈ, ਤਿੰਨਾਂ ਲੋਕਾਂ ਤੇ ਉਸ ਦਾ ਰਾਜ ਚੱਲਦਾ ਹੈ, ਇਹੋ ਜਿਹਾ ਕਿਹੜਾ ਕੰਮ ਹੈ ਤੂੰ ਮੈਨੂੰ ਦੱਸ ਜਿਹੜਾ ਮੇਰਾ ਪਿਤਾ ਨਹੀਂ ਕਰ ਸਕਦਾ। ਕਹਿੰਦੇ ਘੁਮਿਆਰੀ ਨੇ ਕਿਹਾ ਅਸੀਂ ਦਿਨੇ ਬਰਤਨ ਬਣਾਏ ਸੀ, ਉਹਨਾਂ ਬਰਤਨਾਂ ਦੇ ਬਣਾਉਂਦਿਆਂ ਇੱਕ ਬਰਤਨ ਦੇ ਵਿੱਚ ਬਿੱਲੀ ਨੇ ਬੱਚੇ ਦੇ ਦਿੱਤੇ। ਸਾਡੇ ਬੱਚਿਆਂ ਨੇ ਜਲਦਬਾਜ਼ੀ ਦੇ ਵਿੱਚ ਜਦੋਂ ਸਾਰੇ ਬਰਤਨ ਆਵੇ ਦੇ ਵਿੱਚ ਲਗਾਏ ਪਕਾਉਣ ਵਾਸਤੇ, ਪਤਾ ਨਹੀਂ ਲੱਗਾ ਬੱਚਿਆਂ ਨੂੰ ਜਿਸ ਬਰਤਨ ਦੇ ਵਿੱਚ ਬਿੱਲੀ ਦੇ ਬੱਚੇ ਸਨ ਉਹ ਵੀ ਬਰਤਨ ਆਵੇ ਦੇ ਵਿੱਚ ਲਗਾ ਦਿੱਤਾ। ਉਹ ਕਹਿੰਦੀ ਮੈਂ ਇਸ ਕਰਕੇ ਉਸ ਪਰਮਾਤਮਾ ਦੀ ਆਰਾਧਨਾ ਕਰ ਰਹੀ ਹਾਂ, ਉਸ ਪਰਮੇਸ਼ਰ ਦਾ ਸਿਮਰਨ ਕਰ ਰਹੀ ਹਾਂ, ਉਸ ਨੂੰ ਅਰਦਾਸਾਂ ਬੇਨਤੀਆਂ ਜੋਦਰੀਆਂ ਕਰ ਰਹੀ ਹਾਂ ਕਿ ਬਾਕੀ ਦੇ ਜਿੰਨੇ ਵੀ ਬਰਤਨ ਹਨ ਉਹ ਸਾਰੇ ਦੇ ਸਾਰੇ ਬਰਤਨ ਪੱਕ ਜਾਣ, ਪਰ ਜਿਸ ਬਰਤਨ ਦੇ ਵਿੱਚ ਉਸ ਬਿੱਲੀ ਦੇ ਬੱਚੇ ਹਨ ਉਹ ਬਰਤਨ ਕੱਚਾ ਰਹਿ ਜਾਵੇ। ਕਹਿੰਦੇ ਪ੍ਰਹਿਲਾਦ ਕਹਿੰਦਾ ਮੈਂ ਅੱਜ ਸਕੂਲ ਦੇ ਵਿੱਚ ਨਹੀਂ ਜਾਣਾ, ਇੱਥੇ ਹੀ ਬੈਠਾਂਗਾ। ਅਗਰ ਉਹ ਬੱਚੇ ਬਚ ਗਏ, ਉਹ ਬਰਤਨ ਕੱਚਾ ਰਹਿ ਗਿਆ, ਤਾਂ ਅੱਜ ਤੋਂ ਬਾਅਦ ਮੈਂ ਆਪਣੇ ਪਿਤਾ ਦਾ ਨਾਮ ਛੱਡ ਦੇਵਾਂਗਾ, ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਜਪਾਂਗਾ। ਅਗਰ ਉਹ ਬਰਤਨ ਪੱਕ ਗਿਆ ਤਾਂ ਮੈਂ ਤੈਨੂੰ ਆਪਣੇ ਪਿਤਾ ਦੇ ਕੋਲ ਲਿਜਾ ਕਰਕੇ ਰਾਜ ਆਗਿਆ ਅਨੁਸਾਰ ਮ੍ਰਿਤੂ ਦੰਡ ਦਿਵਾਵਾਂਗਾ ਕਿ ਤੂੰ ਮੇਰੇ ਪਿਤਾ ਦੇ ਨਾਮ ਨੂੰ ਛੱਡ ਕਰਕੇ ਪਰਮਾਤਮਾ ਦਾ ਨਾਮ ਜਪ ਰਹੀ। ਕਹਿੰਦੇ ਪ੍ਰਹਿਲਾਦ ਵੀ ਬੈਠ ਗਿਆ। ਘੁਮਿਆਰੀ ਦਾ ਮਨ ਹੋਰ ਇਕਾਗਰ ਹੋ ਗਿਆ, ਕਿਉਂਕਿ ਜਦੋਂ ਸਾਡੇ ਮਨ ਦੇ ਉੱਤੇ ਮੌਤ ਸਾਨੂੰ ਦਿਖਾਈ ਦਿੰਦੀ ਹੈ ਸਾਡਾ ਮਨ ਹੋਰ ਵੀ ਇਕਾਗਰ ਹੋ ਜਾਂਦਾ ਹੈ। ਉਸ ਘੁਮਿਆਰੀ ਨੇ ਇਕਾਗਰ ਮਨ ਹੋ ਕਰਕੇ ਉਸ ਪਰਮਾਤਮਾ ਦੇ ਅੱਗੇ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਜੋਦਰੀਆਂ ਕੀਤੀਆਂ, ਪ੍ਰਾਰਥਨਾ ਕੀਤੀਆਂ, ਉਸ ਪਰਮਾਤਮਾ ਦੀ ਆਰਾਧਨਾ ਕੀਤੀ। ਸ਼ਾਮ ਦਾ ਸਮਾਂ ਹੋਇਆ, ਜਦੋਂ ਆਵਾ ਖੋਲ੍ਹਿਆ ਕੀ ਦੇਖਦੇ ਹਨ ਕਿ ਸਾਰੇ ਦੇ ਸਾਰੇ ਬਰਤਨ ਪੱਕ ਗਏ, ਪਰ ਜਿਸ ਬਰਤਨ ਦੇ ਵਿੱਚ ਬਿੱਲੀ ਦੇ ਬੱਚੇ ਸਨ ਉਹ ਬਰਤਨ ਉਸੇ ਤਰ੍ਹਾਂ ਕੱਚਾ ਰਹਿ ਗਿਆ। ਬਿੱਲੀ ਦੇ ਬੱਚੇ ਵਿੱਚ ਆਰਾਮ ਦੇ ਨਾਲ ਖੇਡ ਰਹੇ। ਕਹਿੰਦੇ ਪ੍ਰਹਿਲਾਦ ਦੇ ਮਨ ਦੇ ਵਿੱਚ ਉਸੇ ਦਿਨ ਤੋਂ ਨਾਮ ਦੇ ਪ੍ਰਤੀ ਦ੍ਰਿੜਤਾ ਆ ਗਈ ਕਿ ਜਿਹੜਾ ਕੰਮ ਪਰਮੇਸ਼ਰ ਦਾ ਨਾਮ ਕਰ ਸਕਦਾ ਹੈ ਉਹ ਸੰਸਾਰ ਦੀ ਕੋਈ ਵਸਤੂ ਨਹੀਂ ਕਰ ਸਕਦੀ। ਕਿਉਂਕਿ ਜਿੰਨਾ ਚਿਰ ਤੱਕ ਭਾਈ ਸਾਨੂੰ ਕਿਸੇ ਵਸਤੂ ਦਾ, ਕਿਸੇ ਚੀਜ਼ ਦਾ ਵਿਸ਼ਵਾਸ ਨਹੀਂ ਆਉਂਦਾ, ਉਨਾ ਚਿਰ ਤੱਕ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਨੂੰ ਨਾਮ ਦੇ ਉੱਤੇ ਵਿਸ਼ਵਾਸ ਆਵੇ। ਅੱਜ ਅਸੀਂ ਨਾਮ ਸਾਰੇ ਜਪਦੇ ਹਾਂ, ਬਾਣੀ ਸਾਰੇ ਪੜ੍ਹਦੇ ਹਾਂ, ਪਰ ਕਮੀ ਕੀ ਹੈ ਕਿ ਸਾਡੇ ਅੰਦਰ ਪ੍ਰਹਿਲਾਦ ਵਰਗਾ ਵਿਸ਼ਵਾਸ ਨਹੀਂ ਹੈ। ਜਿਹੋ ਜਿਹਾ ਪ੍ਰਹਿਲਾਦ ਦੇ ਮਨ ਦੇ ਵਿੱਚ ਨਾਮ ਦੇ ਪ੍ਰਤੀ ਵਿਸ਼ਵਾਸ ਆ ਗਿਆ, ਉਸ ਦਿਨ ਤੋਂ ਬਾਅਦਾਂ ਕਹਿੰਦੇ ਪ੍ਰਹਿਲਾਦ ਨੇ ਕੀ ਕੀਤਾ ਕਿ ਨਾਮ ਜਪਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਸ ਦੇ ਟੀਚਰਾਂ ਨੂੰ ਪਤਾ ਲੱਗਾ ਕਿ ਨਾਮ ਜਪਦਾ ਹੈ। ਉਸ ਨੂੰ ਸਮਝਾਇਆ ਕਿ ਤੇਰੇ ਪਿਤਾ ਨੇ ਮਨਾ ਕੀਤਾ ਹੈ ਨਾਮ ਜਪਣਾ, ਪਰ ਫਿਰ ਵੀ ਨਾ ਮੰਨੇ। ਟੀਚਰਾਂ ਨੇ ਹੌਲੀ ਹੌਲੀ ਆ ਕਰਕੇ ਘਰ ਦੇ ਵਿੱਚ ਉਸ ਦੇ ਪਿਤਾ ਹਰਨਾਕਸ਼ ਨੂੰ ਦੱਸਿਆ। ਹਰਨਾਕਸ਼ ਨੇ ਸਮਝਾਇਆ, ਫਿਰ ਵੀ ਪ੍ਰਹਿਲਾਦ ਨੇ ਨਾਮ ਜਪਣਾ ਨਹੀਂ ਛੱਡਿਆ। ਫਿਰ ਹਰਨਾਕਸ਼ ਨੇ ਆਪਣੀ ਪਤਨੀ ਕਿਆਦੂ ਨੂੰ ਕਿਹਾ ਕਿ ਇਸ ਬੱਚੇ ਨੂੰ ਸਮਝਾਉਣਾ ਕਰ ਕਿ ਸਾਰੀ ਪ੍ਰਜਾ ਮੇਰੀ ਆਗਿਆ ਮੰਨਦੀ ਹੈ, ਪਰ ਜਿਹੜਾ ਮੇਰਾ ਆਪਣਾ ਬੱਚਾ ਹੈ ਉਹ ਮੇਰੀ ਆਗਿਆ ਦੇ ਵਿਰੁੱਧ ਜਾ ਕਰਕੇ ਪਰਮਾਤਮਾ ਦਾ ਨਾਮ ਜਪਦਾ। ਕਹਿੰਦੇ ਫਿਰ ਵੀ ਪ੍ਰਹਿਲਾਦ ਨੇ ਨਾਮ ਜਪਣਾ ਨਹੀਂ ਛੱਡਿਆ। ਉਸ ਪਰਮੇਸ਼ਰ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਰਿਹਾ। ਫਿਰ ਅਸੀਂ ਪ੍ਰਹਿਲਾਦ ਦੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਕਦੀ ਉਸ ਨੂੰ ਪਹਾੜੀ ਦੇ ਉੱਤੋਂ ਸੁੱਟਿਆ ਜਾ ਰਿਹਾ ਹੈ ਕਿ ਤੂੰ ਨਾਮ ਜਪਣਾ ਛੱਡ ਦੇ, ਨਹੀਂ ਤੇ ਤੈਨੂੰ ਪਹਾੜੀ ਤੋਂ ਗਿਰਾ ਕਰਕੇ ਮਾਰ ਦਿੱਤਾ ਜਾਵੇਗਾ। ਉਹ ਨਾਮ ਜਪਣਾ ਨਹੀਂ ਛੱਡਦਾ। ਕਦੀ ਉਸ ਨੂੰ ਪਾਗਲ ਹਾਥੀ ਦੇ ਸਾਹਮਣੇ ਸੁੱਟਿਆ ਜਾਂਦਾ ਹੈ ਕਿ ਤੂੰ ਨਾਮ ਜਪਣਾ ਛੱਡ ਦੇ, ਨਹੀਂ ਤਾਂ ਹਾਥੀ ਦੇ ਦੁਆਰਾ ਤੈਨੂੰ ਕੁਚਲ ਦਿੱਤਾ ਜਾਵੇਗਾ। ਕਦੀ ਕਹਿੰਦੇ ਉਸ ਨੂੰ ਵਗਦੀ ਨਦੀ ਦੇ ਵਿੱਚ ਸੁੱਟਿਆ ਜਾਂਦਾ ਹੈ। ਅਨੇਕ ਪ੍ਰਕਾਰ ਦੀਆਂ ਉਸ ਨੂੰ ਯਾਤਨਾਵਾਂ ਦਿੱਤੀਆਂ ਜਾਂਦੀਆਂ ਹਨ ਕਿ ਤੂੰ ਨਾਮ ਛੱਡ ਦੇ। ਪਰ ਸਾਧ ਸੰਗਤ ਜੀ, ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਵਿਚਾਰ ਕਰਕੇ ਦੇਖਦੇ ਹਾਂ ਕਿ ਅੱਜ ਸਾਡੇ ਕੋਲ ਸੰਸਾਰ ਦੀਆਂ ਸਾਰੀਆਂ ਸੁੱਖ ਸੁਵਿਧਾਵਾਂ ਮੌਜੂਦ ਹਨ, ਸਾਨੂੰ ਕੋਈ ਨਾਮ ਜਪਣ ਤੋਂ ਨਹੀਂ ਡੱਕਦਾ, ਸਾਨੂੰ ਕੋਈ ਨਾਮ ਜਪਣ ਤੋਂ ਨਹੀਂ ਰੋਕਦਾ। ਸਾਰੀਆਂ ਸੁੱਖ ਸੁਵਿਧਾਵਾਂ ਹੁੰਦਿਆਂ ਹੋਇਆਂ ਵੀ ਅਸੀਂ ਨਾਮ ਨਹੀਂ ਜਪ ਰਹੇ, ਅਸੀਂ ਨਾਮ ਦੀ ਆਰਾਧਨਾ ਨਹੀਂ ਕਰ ਰਹੇ। ਕਿਉਂ ਅਸੀਂ ਨਾਮ ਦੀ ਆਰਾਧਨਾ ਨਹੀਂ ਕਰ ਰਹੇ?
ਕਿਉਂਕਿ ਜਿਹੋ ਜਿਹਾ ਵਿਸ਼ਵਾਸ ਪ੍ਰਹਿਲਾਦ ਦੇ ਅੰਦਰ ਨਾਮ ਦੇ ਪ੍ਰਤੀ ਸੀ, ਉਹੋ ਜਿਹਾ ਵਿਸ਼ਵਾਸ ਸਾਡੇ ਅੰਦਰ ਨਾਮ ਦੇ ਪ੍ਰਤੀ ਨਹੀਂ ਹੈ। ਅਸੀਂ ਆਪਣੇ ਅੰਦਰ ਨਾਮ ਨੂੰ ਮੰਨਦੇ ਹਾਂ, ਬਾਣੀ ਨੂੰ ਮੰਨਦੇ ਹਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਦਸਾਂ ਗੁਰੂਆਂ ਨੂੰ ਮੰਨਦੇ ਹਾਂ, ਪਰ ਸਾਡੇ ਅੰਦਰ ਉਹ ਵਿਸ਼ਵਾਸ ਨਹੀਂ ਹੈ ਜਿਹੜਾ ਪ੍ਰਹਿਲਾਦ ਦੇ ਅੰਦਰ ਸੀ। ਕਹਿੰਦੇ ਪ੍ਰਹਿਲਾਦ ਨੂੰ ਦੇਖੋ ਕਿੰਨੀ ਵਾਰੀ ਮੌਤ ਦੇ ਸਾਹਮਣੇ ਸੁੱਟਿਆ ਗਿਆ, ਪਰ ਮੌਤ ਨੇ ਉਸ ਤੋਂ ਮੁੱਖ ਮੋੜ ਲਿਆ। ਫਿਰ ਇੱਕ ਦਿਨ ਇਹੋ ਜਿਹਾ ਆਇਆ ਕਿ ਉਸ ਦੀ ਭੂਆ ਨੂੰ ਬੁਲਾਇਆ ਗਿਆ, ਹੋਲਿਕਾ ਨੂੰ, ਜਿਸ ਨੂੰ ਵਰਦਾਨ ਦੇ ਵਿੱਚ ਇੱਕ ਚਾਦਰ ਮਿਲੀ ਹੋਈ ਸੀ ਕਿ ਜਦੋਂ ਤੂੰ ਇਹ ਚਾਦਰ ਦੀ ਬੁੱਕਲ ਮਾਰ ਕੇ ਬੈਠੇਂਗੀ ਤੈਨੂੰ ਅਗਨੀ ਨਹੀਂ ਜਲਾਵੇਗੀ। ਕਹਿੰਦੇ ਚਿਤਾ ਤਿਆਰ ਕੀਤੀ ਗਈ। ਜਿਹੜੀ ਹੋਲਿਕਾ ਸੀ ਉਹ ਪ੍ਰਹਿਲਾਦ ਨੂੰ ਗੋਦੀ ਦੇ ਵਿੱਚ ਲੈ ਕਰਕੇ ਬੈਠ ਗਈ ਕਿ ਮੈਨੂੰ ਅਗਨੀ ਜਲਾਵੇਗੀ ਨਹੀਂ, ਇਸ ਬੱਚੇ ਨੂੰ ਅਗਨੀ ਜਲਾ ਦੇਵੇਗੀ, ਸਾਡੀ ਜਿਹੜੀ ਪਰੇਸ਼ਾਨੀ ਮੁਸ਼ਕਲ ਹੈ ਉਸ ਦਾ ਹੱਲ ਹੋ ਜਾਵੇਗਾ। ਕਹਿੰਦੇ ਉਸ ਸਮੇਂ ਦੇਵ ਨੇਤ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਉਹ ਚਾਦਰ ਉਸ ਨੂੰ ਵਰਦਾਨ ਦੇ ਵਿੱਚ ਮਿਲੀ ਹੋਈ ਸੀ, ਇੱਕਦਮ ਹਨੇਰੀ ਆਉਂਦੀ ਹੈ, ਉਹ ਚਾਦਰ ਉੱਡ ਕਰਕੇ ਹੋਲਿਕਾ ਦੇ ਉੱਪਰੋਂ ਉਤਰ ਕਰਕੇ ਪ੍ਰਹਿਲਾਦ ਦੇ ਆਲੇ ਦੁਆਲੇ ਲਪੇਟੀ ਜਾਂਦੀ ਹੈ। ਹੋਲਿਕਾ ਜਲ ਕਰਕੇ ਰਾਖ ਹੋ ਜਾਂਦੀ ਹੈ, ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਪ੍ਰਹਿਲਾਦ ਉਸੇ ਤਰ੍ਹਾਂ ਚਿਤਾ ਦੇ ਵਿੱਚ ਬੈਠਾ ਖੇਡ ਰਿਹਾ ਹੁੰਦਾ। ਇੱਥੋਂ ਤੱਕ ਬਸ ਨਹੀਂ, ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਦੇਖੀਏ ਕਿ ਸਾਨੂੰ ਕੋਈ ਕਵੇ ਭਾਈ ਤੈਨੂੰ ਇਸ ਤਰ੍ਹਾਂ ਅਗਨੀ ਦੇ ਵਿੱਚ ਜਲਾ ਦਿੱਤਾ ਜਾਵੇਗਾ, ਤੂੰ ਨਾਮ ਜਪਣਾ ਛੱਡ ਦੇ। ਅਸੀਂ ਸਾਰੀਆਂ ਸੁੱਖ ਸੁਵਿਧਾਵਾਂ ਹੁੰਦਿਆਂ ਹੋਇਆਂ ਵੀ ਨਾਮ ਨਹੀਂ ਜਪ ਰਹੇ। ਇਸ ਵਾਸਤੇ ਭਾਈ ਅਸੀਂ ਇਹਨਾਂ ਦ੍ਰਿਸ਼ਟਾਂਤਾਂ ਤੋਂ, ਇਹਨਾਂ ਪ੍ਰਮਾਣਾਂ ਤੋਂ ਆਪਣੇ ਜੀਵਨ ਦੇ ਵਿੱਚ ਨਾਮ ਦੇ ਪ੍ਰਤੀ ਸਭ ਤੋਂ ਪਹਿਲਾਂ ਸ਼ਰਧਾ ਉਤਪੰਨ ਕਰੀਏ। ਜਦੋਂ ਸਾਡੇ ਅੰਦਰ ਨਾਮ ਦੇ ਪ੍ਰਤੀ ਸ਼ਰਧਾ ਆਵੇਗੀ, ਵਿਸ਼ਵਾਸ ਹੋਵੇਗਾ ਕਿ ਜੋ ਕੰਮ ਨਾਮ ਕਰ ਸਕਦਾ ਹੈ ਉਹ ਸੰਸਾਰ ਦੀ ਕੋਈ ਵਸਤੂ ਨਹੀਂ ਕਰ ਸਕਦਾ। ਫਿਰ ਕਹਿੰਦੇ ਹਰਨਾਕਸ਼ ਨੇ ਇੱਕ ਦਿਨ ਦੁਖੀ ਹੋ ਕਰਕੇ ਉਸ ਨੂੰ ਕਿਹਾ ਕਿ ਤੂੰ ਦੱਸ ਤੇਰਾ ਪ੍ਰਮਾਤਮਾ ਕਿੱਥੇ ਹੈ? ਉਹ ਕਹਿੰਦਾ ਜੀ ਹਰ ਜਗ੍ਹਾ ਤੇ, ਕੋਈ ਇਹੋ ਜਿਹੀ ਜਗ੍ਹਾ ਨਹੀਂ ਕਿ ਜਿੱਥੇ ਮੇਰਾ ਉਹ ਮਾਲਕ ਨਾ ਹੋਵੇ, ਮੇਰਾ ਉਹ ਪਰਮੇਸ਼ਰ ਨਾ ਹੋਵੇ। ਹਰਨਾਕਸ਼ ਕਿਸੇ ਥੰਮਲੇ ਦੇ ਲਾਗੇ, ਪਿੱਲਰ ਦੇ ਲਾਗੇ ਖਲੋਤਾ ਸੀ। ਕਹਿੰਦਾ ਇਸ ਪਿੱਲਰ ਦੇ ਵਿੱਚ ਵੀ ਹੈ? ਕਹਿੰਦਾ ਹਾਂ। ਹਰਨਾਕਸ਼ ਨੇ ਜਦੋਂ ਕਹਿੰਦੇ ਉਸ ਪਿੱਲਰ ਦੇ ਉੱਤੇ ਬੁਰਜ ਮਾਰਿਆ, ਉਸ ਪਿੱਲਰ ਨੂੰ ਢਾਇਆ, ਉਸ ਦੇ ਵਿੱਚੋਂ ਨਰਸਿੰਘ ਭਗਵਾਨ ਪੈਦਾ ਹੋ ਗਏ। ਨਰਸਿੰਘ ਭਗਵਾਨ ਨੇ ਪੈਦਾ ਹੋ ਕਰਕੇ ਹਰਨਾਕਸ਼ ਦਾ ਵੱਧ ਕਰ ਦਿੱਤਾ। ਜਿੰਨੀਆਂ ਉਸ ਦੀਆਂ ਸ਼ਰਤਾਂ ਸੀ ਕਿ ਨਾ ਮੈਂ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਸੁਬਹ ਮਰਾਂ, ਨਾ ਸ਼ਾਮ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮਨੁੱਖ ਤੋਂ ਮਰਾਂ, ਨਾ ਪਸ਼ੂ ਤੋਂ ਮਰਾਂ, ਨਾ ਕਿਸੇ ਅਸਤਰ ਦੇ ਦੁਆਰਾ ਮਰਾਂ, ਨਾ ਕਿਸੇ ਸ਼ਸਤਰ ਦੇ ਦੁਆਰਾ ਮਰਾਂ। ਕਹਿੰਦੇ ਨਰਸਿੰਘ ਭਗਵਾਨ ਨੇ ਆਪਣੇ ਹੱਥਾਂ ਦੀਆਂ ਨੋਹਾਂ ਦੇ ਨਾਲ ਹੀ ਉਸ ਨੂੰ ਦਰਵਾਜ਼ੇ ਦੀਆਂ ਦਲੀਜਾਂ ਦੇ ਵਿੱਚ ਆਪਣੇ ਪੱਟਾਂ ਤੇ ਰੱਖ ਕਰਕੇ ਚੀਰ ਦਿੱਤਾ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ। ਪ੍ਰਹਿਲਾਦ ਨੂੰ ਰਾਜ ਭਾਗ ਦੇ ਦਿੱਤਾ। ਸਾਧ ਸੰਗਤ ਜੀ, ਜਦੋਂ ਪ੍ਰਹਿਲਾਦ ਦੇ ਵਾਸਤੇ ਉਹ ਪਰਮ ਪਿਤਾ ਪਰਮਾਤਮਾ ਅਵਤਾਰ ਧਾਰਨ ਕਰਕੇ ਆ ਸਕਦਾ ਹੈ, ਫਿਰ ਸਾਡੇ ਹਿਰਦੇ ਦੇ ਵਿੱਚ ਉਹ ਕਿਉਂ ਪ੍ਰਗਟ ਨਹੀਂ ਹੋ ਸਕਦਾ? ਕਿਉਂਕਿ ਸਾਨੂੰ ਆਪਣੇ ਹਿਰਦੇ ਦੇ ਵਿੱਚ ਪ੍ਰਗਟ ਕਰਨ ਦਾ ਢੰਗ ਨਹੀਂ ਆਉਂਦਾ, ਤਰੀਕਾ ਨਹੀਂ ਆਉਂਦਾ। ਅਸੀਂ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਨਹੀਂ ਪੈਦਾ ਕਰ ਸਕੇ। ਇੱਕ ਵਾਰ ਕਹਿੰਦੇ ਦਸ਼ਮੇਸ਼ ਪਿਤਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ। ਗੁਰਸਿੱਖਾਂ ਨੂੰ ਆਗਿਆ ਕੀਤੀ ਕਿ ਭਾਈ ਕੁਛ ਰੋੜੇ ਲੈ ਕਰਕੇ ਆਓ ਅਤੇ ਕੁਛ ਪੱਥਰ ਲੈ ਕਰਕੇ ਆਓ। ਇੱਕ ਘੜਾ ਪਾਣੀ ਦਾ ਪ੍ਰਵਾਹ ਕਰਕੇ ਰੱਖ ਲਿਆ, ਉਸ ਦੇ ਵਿੱਚ ਰੋੜੇ ਵੀ ਪਾ ਦਿੱਤੇ ਅਤੇ ਪੱਥਰ ਵੀ ਪਾ ਦਿੱਤੇ। ਕੁਝ ਸਮੇਂ ਦੇ ਬਾਅਦ ਜਿਨ੍ਹਾਂ ਸਿੱਖਾਂ ਨੂੰ ਕਿਹਾ ਸੀ ਰੋੜੇ ਲਿਆਓ, ਉਸ ਗੁਰਸਿੱਖ ਨੂੰ ਕਿਹਾ ਭਾਈ ਤੂੰ ਉਸ ਘੜੇ ਦੇ ਵਿੱਚੋਂ ਰੋੜੇ ਕੱਢ ਕੇ ਵਾਪਸ ਲੈ ਆ। ਜਿਸ ਗੁਰਸਿੱਖ ਨੂੰ ਪਤਾਸੇ ਲੈਣ ਵਾਸਤੇ ਭੇਜਿਆ ਸੀ, ਪਤਾਸੇ ਵਿੱਚ ਪਵਾਏ ਸੀ, ਉਸ ਵਿਅਕਤੀ ਨੂੰ ਕਿਹਾ ਕਿ ਭਾਈ ਤੂੰ ਉਸ ਜਲ ਦੇ ਵਿੱਚੋਂ ਪਤਾਸੇ ਕੱਢ ਕੇ ਵਾਪਸ ਲੈ ਆ। ਜਿਹੜਾ ਵਿਅਕਤੀ ਕਹਿੰਦੇ ਰੋੜੇ ਵਿੱਚ ਪਾ ਕਰਕੇ ਗਿਆ ਸੀ ਉਹ ਰੋੜੇ ਵਾਪਸ ਲੈ ਆਇਆ, ਪਰ ਜਿਹੜਾ ਪਤਾਸੇ ਪਾ ਕਰਕੇ ਆਇਆ ਸੀ ਉਸ ਨੂੰ ਜਲ ਦੇ ਵਿੱਚੋਂ ਪਤਾਸੇ ਨਹੀਂ ਮਿਲੇ। ਉਸਨੇ ਆ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਜਿਹੜੇ ਉਹ ਪਤਾਸੇ ਸਨ ਉਹ ਪਾਣੀ ਦੇ ਵਿੱਚ ਘੁਲ ਗਏ ਹਨ, ਪਾਣੀ ਦੇ ਵਿੱਚ ਇੱਕ-ਮਿਕ ਹੋ ਗਏ ਹਨ, ਉਹਨਾਂ ਨੂੰ ਹੁਣ ਪਾਣੀ ਦੇ ਵਿੱਚੋਂ ਵਾਪਸ ਨਹੀਂ ਕੱਢਿਆ ਜਾ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਗੁਰਸਿੱਖਾਂ ਨੂੰ ਇਹ ਸਮਝਾਉਣਾ ਕੀਤਾ ਕਿ ਭਾਈ ਜਿੰਨਾ ਚਿਰ ਤੱਕ ਸਾਡੇ ਅੰਦਰ ਹਉਮੈ ਵਸਦੀ ਹੈ, ਹੰਕਾਰ ਵਸਦਾ ਹੈ, ਉਹਨਾਂ ਚਿਰ ਤੱਕ ਸਾਡੇ ਅੰਦਰ ਨਾਮ ਨਿਵਾਸ ਨਹੀਂ ਕਰ ਸਕਦਾ। ਕਿਉਂ? ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਈ।
ਹੰਕਾਰ ਅਤੇ ਨਾਮ ਦੋਨੋਂ ਇੱਕ ਜਗ੍ਹਾ ਨਹੀਂ ਵਸਦੇ। ਇਸ ਵਾਸਤੇ ਦੂਸਰੇ ਪਾਸੇ ਦ੍ਰਿਸ਼ਟਾਂਤ ਪਤਾਸਿਆਂ ਦਾ ਦਿੱਤਾ ਕਿ ਜਦੋਂ ਅਸੀਂ ਸ਼ਰਧਾਲੂ ਬਣ ਕੇ, ਸ਼ਰਧਾਵਾਨ ਬਣ ਕੇ ਉਸ ਪਰਮਾਤਮਾ ਦੀ ਸ਼ਰਨਾਗਤੀ ਦੇ ਵਿੱਚ ਚਲੇ ਜਾਂਦੇ ਹਾਂ, ਉਸ ਪਰਮਾਤਮਾ ਦਾ ਨਾਮ ਸਿਮਰਨ ਕਰਦਿਆਂ ਕਰਦਿਆਂ, ਆਰਾਧਨਾ ਕਰਦਿਆਂ ਕਰਦਿਆਂ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਾਂ, ਤਾਂ ਸੁਭਾਵਿਕ ਹੈ ਸਾਡਾ ਜਿਹੜਾ ਜੀਵਨ ਹੈ ਉਸ ਦਾ ਕਲਿਆਣ ਹੋ ਜਾਂਦਾ ਹੈ। ਇਸ ਵਾਸਤੇ ਭਾਈ ਸਭ ਤੋਂ ਪਹਿਲਾਂ ਆਪਾਂ ਆਪਣੇ ਜੀਵਨ ਦੇ ਵਿੱਚ ਪ੍ਰਹਿਲਾਦ ਵਰਗਾ ਵਿਸ਼ਵਾਸ ਪ੍ਰਗਟ ਕਰੀਏ। ਸਤਿਗੁਰੂ ਪਾਤਸ਼ਾਹ ਜੀ ਸੁਖਮਣੀ ਸਾਹਿਬ ਦੇ ਵਿੱਚ ਕਿਰਪਾ ਕਰਦੇ ਹਨ, ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹੜਾ ਤਤ ਗਿਆਨ ਹੈ, ਬ੍ਰਹਮ ਗਿਆਨ ਹੈ, ਉਸੇ ਜੀਵ ਦੇ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ ਜਿਸ ਜੀਵ ਦੇ ਹਿਰਦੇ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਵਿਸ਼ਵਾਸ ਹੋਵੇ। ਪ੍ਰਹਿਲਾਦ ਦੇ ਵਾਸਤੇ ਪਰਮਾਤਮਾ ਨੂੰ ਅਵਤਾਰ ਧਾਰਨ ਕਰਕੇ ਆਉਣਾ ਪਿਆ। ਕਿਉਂ ਆਉਣਾ ਪਿਆ? ਕਿਉਂਕਿ ਉਸ ਦੇ ਅੰਦਰ ਨਾਮ ਦੇ ਪ੍ਰਤੀ ਇੰਨੀ ਦ੍ਰਿੜਤਾ ਸੀ, ਇੰਨਾ ਵਿਸ਼ਵਾਸ ਸੀ ਕਿ ਜੋ ਕੁਝ ਨਾਮ ਕਰ ਸਕਦਾ ਹੈ ਉਹ ਸੰਸਾਰ ਦਾ ਕੋਈ ਵਿਅਕਤੀ, ਕੋਈ ਵਸਤੂ, ਕੋਈ ਪਦਾਰਥ ਨਹੀਂ ਕਰ ਸਕਦਾ। ਇਸੇ ਵਾਸਤੇ ਸਾਨੂੰ ਨੌਵੇਂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਹੇ ਮਨ, ਹੇ ਭਾਈ, ਤੂੰ ਅਗਰ ਆਪਣੇ ਜੀਵਨ ਦੇ ਵਿੱਚ ਕੋਈ ਆਸਰਾ ਤੱਕਣਾ ਹੈ, ਕੋਈ ਓਟ ਤੱਕਣੀ ਹੈ, ਤਾਂ ਕਿਹੜੀ ਓਟ ਤੱਕਣੀ ਹੈ? ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ। ਉਹ ਪਰਮਾਤਮਾ ਦਾ ਨਾਮ ਕੀ ਕਰੇਗਾ? ਜਾਂ ਕੈ ਸਿਮਰਨ ਦੁਰਮਤ ਨਾਸੈ। ਉਸ ਪਰਮਾਤਮਾ ਦੇ ਨਾਮ ਦਾ ਜਿਵੇਂ ਜਿਵੇਂ ਅਸੀਂ ਸਿਮਰਨ ਕਰਾਂਗੇ, ਸਾਡੇ ਅੰਦਰੋਂ ਦੁਰਮਤੀ ਨਾਸ਼ ਹੋ ਜਾਵੇਗੀ। ਮਤੀ ਕਹਿੰਦੇ ਹਨ ਬੁੱਧੀ ਨੂੰ, ਦੁਰਮਤੀ ਕਹਿੰਦੇ ਹਨ ਖੋਟੀ ਬੁੱਧੀ ਨੂੰ। ਖੋਟੀ ਬੁੱਧੀ ਦਾ ਕੀ ਕੰਮ ਹੈ ਕਿ ਹਰ ਸਮੇਂ ਮਾੜੇ ਪਾਸੇ ਵੱਲ ਸੋਚਣਾ, ਮਾੜੇ ਪਾਸੇ ਵੱਲ ਚੱਲਣਾ, ਹਰ ਸਮੇਂ ਸੰਸਾਰ ਦੇ ਵਿਸ਼ੇ ਵਿਕਾਰਾਂ ਵੱਲ ਦੌੜਨਾ। ਕਹਿੰਦੇ ਜਿਵੇਂ ਜਿਵੇਂ ਅਸੀਂ ਸਿਮਰਨ ਕਰਾਂਗੇ, ਜਿਵੇਂ ਜਿਵੇਂ ਅਸੀਂ ਆਰਾਧਨਾ ਕਰਾਂਗੇ, ਜਿਵੇਂ ਜਿਵੇਂ ਸਾਡੇ ਮਨ ਦੇ ਵਿੱਚ ਨਾਮ ਦੇ ਪ੍ਰਤੀ ਵਿਸ਼ਵਾਸ ਆਵੇਗਾ, ਨਾਮ ਦੇ ਪ੍ਰਤੀ ਸ਼ਰਧਾ ਆਵੇਗੀ, ਉਵੇਂ ਉਵੇਂ ਸਾਡੇ ਜੀਵਨ ਦੇ ਵਿੱਚੋਂ, ਸਾਡੀ ਬੁੱਧੀ ਦੇ ਵਿੱਚੋਂ ਜਿਹੜੀ ਦੁਰਮਤੀ ਹੈ, ਮਾੜੀ ਬੁੱਧੀ ਹੈ, ਖੋਟੀ ਬੁੱਧੀ ਹੈ, ਉਹ ਨਾਸ਼ ਹੋਵੇਗੀ ਅਤੇ ਸਾਡੇ ਅੰਦਰ ਗੁਰੂ ਦੀ ਮੱਤ ਆਵੇਗੀ, ਗੁਰੂ ਦੀ ਬੁੱਧੀ ਆਵੇਗੀ। ਜਦੋਂ ਅਸੀਂ ਗੁਰਮਤਿ ਨੂੰ ਧਾਰਨ ਕਰਾਂਗੇ, ਗੁਰੂ ਦੀ ਮੱਤ ਨੂੰ ਧਾਰਨ ਕਰਾਂਗੇ, ਗੁਰੂ ਦੀ ਬੁੱਧੀ ਨੂੰ ਧਾਰਨ ਕਰਾਂਗੇ, ਗੁਰਮਤਿ ਅਨੁਸਾਰ ਆਪਣਾ ਜੀਵਨ ਢਾਲਾਂਗੇ, ਤਾਂ ਹੀ ਭਾਈ ਸਾਡੇ ਹਿਰਦੇ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਵੇਗਾ। ਪਾਵੇ ਪਦ ਨਿਰਬਾਨਾ, ਫਿਰ ਅਸੀਂ ਨਿਰਵਾਣ ਪਦ ਨੂੰ ਪ੍ਰਾਪਤ ਹੋਵਾਂਗੇ। ਨਿਰਵਾਣ ਕਹਿੰਦੇ ਹਨ ਮੁਕਤ ਹੋ ਜਾਣਾ, ਬੰਧਨਾਂ ਤੋਂ ਛੁਟਕਾਰਾ ਪਾ ਲੈਣਾ। ਜਿਹੜੇ ਸੰਸਾਰ ਦੇ ਸਾਨੂੰ ਇਹ ਬੰਧਨ ਪਏ ਹੋਏ ਹਨ, ਜਿਨ੍ਹਾਂ ਬੰਧਨਾਂ ਦੇ ਵਿੱਚ ਬੰਧੇ ਹੋਏ ਅਸੀਂ ਦਿਨ ਰਾਤ ਦੁੱਖ ਉਠਾ ਰਹੇ ਹਾਂ, ਕਸ਼ਟ ਉਠਾ ਰਹੇ ਹਾਂ, ਪਰੇਸ਼ਾਨੀਆਂ ਉਠਾ ਰਹੇ ਹਾਂ, ਇਹਨਾਂ ਬੰਧਨਾਂ ਤੋਂ ਭਾਈ ਸਾਡੀ ਉਦੋਂ ਮੁਕਤੀ ਹੋਵੇਗੀ, ਉਦੋਂ ਛੁਟਕਾਰਾ ਹੋਵੇਗਾ, ਸਾਨੂੰ ਨਿਰਵਾਣ ਪਦ ਦੀ ਉਦੋਂ ਪ੍ਰਾਪਤੀ ਹੋਵੇਗੀ ਜਦੋਂ ਅਸੀਂ ਨਾਮ ਸਿਮਰਨ ਕਰਦਿਆਂ ਆਪਣੇ ਅੰਦਰੋਂ ਖੋਟੀ ਬੁੱਧੀ ਨਾਸ਼ ਕਰਕੇ ਗੁਰਮਤਿ ਨੂੰ ਧਾਰਨ ਕਰਾਂਗੇ, ਗੁਰਮਤਿ ਦੇ ਆਸ਼ੇ ਅਨੁਸਾਰ ਚੱਲਾਂਗੇ। ਜੋ ਸਾਨੂੰ ਗੁਰਬਾਣੀ ਦਾ ਉਪਦੇਸ਼ ਹੈ, ਸਤਿਗੁਰਾਂ ਨੇ ਜੋ ਸਾਨੂੰ ਗੁਰਬਾਣੀ ਦੇ ਵਿੱਚ ਬਖਸ਼ਿਸ਼ ਬਖਸ਼ੀ ਹੈ, ਉਸ ਦੇ ਅਨੁਸਾਰ ਜਿਵੇਂ ਜਿਵੇਂ ਅਸੀਂ ਆਪਣਾ ਜੀਵਨ ਢਾਲਾਂਗੇ ਤਾਂ ਸਾਨੂੰ ਨਿਰਵਾਣ ਪਦ ਦੀ ਪ੍ਰਾਪਤੀ ਹੋਵੇਗੀ, ਅਰਥਾਤ ਸਾਡਾ ਇਹ ਮਨੁੱਖ ਜਨਮ ਸਫਲ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਅੱਗੇ ਰਹਾਓ ਕਿਰਪਾ ਕਰਦੇ ਹਨ, ਠਹਿਰਾ ਦੇ ਕਰਕੇ ਫਿਰ ਅੱਗੇ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਵਡਭਾਗੀ ਤਿਹ ਜਨ ਕੋ ਜਾਨੋ, ਜੋ ਹਰਿ ਕੇ ਗੁਣ ਗਾਵੇ। ਕਹਿੰਦੇ ਵੱਡੀਆਂ ਭਾਗਾਂ ਵਾਲਾ ਕਿਸ ਵਿਅਕਤੀ ਨੂੰ ਆਪਾਂ ਕਹਿੰਦੇ ਹਾਂ? ਅੱਜ ਆਪਾਂ ਆਪਣੇ ਜੀਵਨ ਦੇ ਵਿੱਚ, ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਫਲਾਨਾ ਵਿਅਕਤੀ ਬਹੁਤ ਵੱਡੀਆਂ ਭਾਗਾਂ ਵਾਲਾ ਹੈ, ਉਸ ਦੇ ਭਾਗ ਬਹੁਤ ਵੱਡੇ ਹਨ। ਉਹ ਵੱਡੇ ਭਾਗ ਕਿਵੇਂ ਬਣੇ, ਕਿਸ ਤਰ੍ਹਾਂ ਬਣੇ? ਜੋ ਹਰਿ ਕੇ ਗੁਣ ਗਾਵੇ। ਜਿਸ ਵਿਅਕਤੀ ਨੇ ਪਿਛਲੇ ਸਮੇਂ ਦੇ ਵਿੱਚ ਉਸ ਹਰੀ ਦੇ ਪਰਮ ਪਿਤਾ ਪਰਮਾਤਮਾ, ਜਿਹੜਾ ਸਾਰੇ ਸੰਸਾਰ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਉਸ ਦੇ ਗੁਣਾਂ ਨੂੰ ਗਾਇਨ ਕੀਤਾ, ਉਸ ਪਰਮ ਪਿਤਾ ਪਰਮਾਤਮਾ ਦੀ ਸੇਵਾ ਕੀਤੀ, ਸਤਸੰਗ ਕੀਤਾ, ਪਰਉਪਕਾਰ ਕੀਤਾ, ਜਿਸ ਦੇ ਕਾਰਨ ਕਰਕੇ ਉਸ ਵਿਅਕਤੀ ਦੇ ਜਿਹੜੇ ਭਾਗ ਹਨ ਉਹ ਵੱਡੇ ਭਾਗ ਬਣ ਗਏ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ।
ਕਹਿੰਦੇ ਜਿਹੜੇ ਵੱਡੀਆਂ ਭਾਗਾਂ ਵਾਲੇ ਜੀਵ ਹਨ ਉਹਨਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਗੁਰਮੁਖਾਂ ਪਿਆਰਿਆਂ ਦੀ ਸੰਗਤ ਮਿਲਦੀ ਹੈ। ਗੁਰਮੁਖਾਂ ਪਿਆਰਿਆਂ ਦੀ ਸੰਗਤ ਦੇ ਵਿੱਚ ਰਹਿ ਕਰਕੇ ਉਹ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹਨ, ਆਪਣੇ ਲਕਸ਼ ਨੂੰ ਪ੍ਰਾਪਤ ਕਰ ਲੈਂਦੇ ਹਨ। ਪਰ ਜਿਹੜੇ ਮਾੜੇ ਭਾਗਾਂ ਵਾਲੇ ਹਨ ਉਹਨਾਂ ਨੂੰ ਖੋਟੇ ਪੁਰਸ਼ਾਂ ਦੀ ਸੰਗਤ ਮਿਲਦੀ ਹੈ। ਖੋਟੇ ਪੁਰਸ਼ਾਂ ਦੀ ਸੰਗਤ ਕਰਦਿਆਂ ਕਰਦਿਆਂ ਉਹ ਆਪਣਾ ਇਹ ਜਿਹੜਾ ਮਨੁੱਖ ਜਨਮ ਹੈ ਉਸ ਨੂੰ ਵਿਅਰਥ ਗਵਾ ਲੈਂਦੇ ਹਨ। ਇਸ ਕਰਕੇ ਭਾਈ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ, ਵਡਭਾਗੀ ਤਿਹ ਜਨ ਕੋ ਜਾਨੋ। ਕਹਿੰਦੇ ਉਸ ਵਿਅਕਤੀ ਨੂੰ ਵੱਡੀਆਂ ਭਾਗਾਂ ਵਾਲਾ ਜਾਣਨਾ ਕਰੋ। ਕਿਸ ਵਿਅਕਤੀ ਨੂੰ? ਜੋ ਹਰਿ ਕੇ ਗੁਣ ਗਾਵੇ, ਜਿਹੜਾ ਉਸ ਪਰਮ ਪਿਤਾ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦੀ ਮਹਿਮਾ ਦਾ ਗਾਇਨ ਕਰਦਾ ਹੈ, ਉਹ ਇਨਸਾਨ ਵੱਡਿਆਂ ਭਾਗਾਂ ਵਾਲਾ ਹੈ। ਅਗਰ ਅੱਜ ਉਸ ਦੇ ਵੱਡੇ ਭਾਗ ਨਹੀਂ ਤਾਂ ਉਹ ਸੇਵਾ ਕਰੇਗਾ, ਸਿਮਰਨ ਕਰੇਗਾ, ਸਤਸੰਗ ਕਰੇਗਾ, ਪਰਉਪਕਾਰ ਕਰੇਗਾ। ਅਗਲੇ ਸਮੇਂ ਦੇ ਵਿੱਚ ਉਸ ਦੇ ਜਿਹੜੇ ਭਾਗ ਹਨ ਉਹ ਆਪਣੇ ਆਪ ਵਡਭਾਗੀ ਬਣ ਜਾਵੇਗਾ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ, ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੇ। ਕਹਿੰਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਹਨ ਉਹ ਸਾਡੇ ਪਾਪ ਕਰਮ, ਮਾੜੇ ਕਰਮ, ਖੋਟੇ ਕਰਮ ਕਿਵੇਂ ਨਾਸ਼ ਹੋਣਗੇ? ਜਦੋਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਾਂਗੇ, ਉਸ ਪਰਮੇਸ਼ਰ ਦਾ ਨਾਮ ਧਿਆਉਣਾ ਕਰਾਂਗੇ। ਜਿਵੇਂ ਜਿਵੇਂ ਸਾਡੇ ਹਿਰਦੇ ਦੇ ਵਿੱਚ ਸੇਵਾ, ਸਿਮਰਨ, ਸਤਸੰਗ, ਪਰਉਪਕਾਰ ਚੱਲੇਗਾ। ਕਿਉਂਕਿ ਜਿਹੜਾ ਸਾਡਾ ਅੰਤःਕਰਣ ਹੈ ਇਸ ਦੇ ਵਿੱਚ 3 ਦੋਸ਼ ਹਨ। ਅੰਤःਕਰਣ ਕਹਿੰਦੇ ਹਨ ਮਨ, ਬੁੱਧੀ, ਚਿੱਤ, ਅਹੰਕਾਰ ਨੂੰ। ਇਸ ਦੇ ਵਿੱਚ 3 ਦੋਸ਼ ਹਨ ਜਿਨ੍ਹਾਂ ਦੋਸ਼ਾਂ ਦੇ ਕਾਰਨ ਕਰਕੇ ਸਾਨੂੰ ਆਪਣੇ ਨਿਜ ਸਰੂਪ ਦਾ ਗਿਆਨ ਨਹੀਂ ਹੁੰਦਾ। ਉਹ 3 ਦੋਸ਼ ਹਨ ਮਲ, ਵਿਖੇਪ ਅਤੇ ਆਵਰਣ। ਮਲ ਕਹਿੰਦੇ ਹਨ ਪਿਛਲੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਨੂੰ, ਵਿਖੇਪ ਕਹਿੰਦੇ ਹਨ ਚਿੱਤ ਦੀ ਚੰਚਲਤਾ ਨੂੰ, ਆਵਰਣ ਕਹਿੰਦੇ ਹਨ ਪਰਦੇ ਨੂੰ। ਜਿਸ ਤਰ੍ਹਾਂ ਇਹ ਪਰਦੇ ਲੱਗੇ ਹੋਏ ਹਨ, ਇਹਨਾਂ ਪਰਦਿਆਂ ਦੇ ਪਰਲੇ ਬੰਨੇ ਕੀ ਹੈ ਆਪਾਂ ਨਹੀਂ ਜਾਣਦੇ। ਇਸੇ ਤਰ੍ਹਾਂ ਹੀ ਸਾਡੇ ਵਿੱਚ ਅਤੇ ਉਸ ਪਰਮਾਤਮਾ ਦੇ ਵਿੱਚ ਅਗਿਆਨ ਦਾ ਪਰਦਾ ਹੈ। ਜਿੰਨਾ ਚਿਰ ਤੱਕ ਉਹ ਅਗਿਆਨ ਦਾ ਪਰਦਾ ਪਾਸੇ ਨਹੀਂ ਹਟੇਗਾ ਉਹਨਾਂ ਚਿਰ ਤੱਕ ਸਾਨੂੰ ਉਸ ਪਰਮਾਤਮਾ ਦਾ ਗਿਆਨ ਨਹੀਂ ਹੋਵੇਗਾ, ਉਸ ਦਾ ਸਾਖਸ਼ਾਤਕਾਰ ਨਹੀਂ ਹੋਵੇਗਾ। ਉਸ ਦਾ ਸਾਖਸ਼ਾਤਕਾਰ ਕਦੋਂ ਹੋਵੇਗਾ? ਉਸ ਦੇ ਦਰਸ਼ਨ ਕਦੋਂ ਹੋਣਗੇ? ਜਦੋਂ ਪ੍ਰਹਿਲਾਦ ਦੀ ਤਰ੍ਹਾਂ ਅਸੀਂ ਨਾਮ ਦੇ ਉੱਤੇ ਦ੍ਰਿੜ ਨਿਸ਼ਚਾ ਬਣਾਵਾਂਗੇ, ਦ੍ਰਿੜ ਵਿਸ਼ਵਾਸ ਬਣਾਵਾਂਗੇ। ਦ੍ਰਿੜ ਨਿਸ਼ਚੇ ਦੇ ਨਾਲ ਅਸੀਂ ਨਾਮ ਦੀ ਆਰਾਧਨਾ ਕਰਾਂਗੇ। ਨਾਮ ਦੇ ਆਰਾਧੀ ਹੋ ਕਰਕੇ ਜਿਵੇਂ ਜਿਵੇਂ ਨਾਮ ਨੂੰ ਧਿਆਵਾਂਗੇ, ਨਾਮ ਦੀ ਆਰਾਧਨਾ ਦੇ ਦੁਆਰਾ ਹੀ ਭਾਈ ਸਾਨੂੰ ਕੀ ਪ੍ਰਾਪਤ ਹੋਵੇਗਾ? ਫੁਨ ਬੈਕੁੰਠ ਸਿਧਾਵੇ। ਉਹ ਇਸ ਸੰਸਾਰ ਦੇ ਵਿੱਚ ਵੀ ਜੀਵਨ ਆਰਾਮ ਦੇ ਨਾਲ ਬਸਰ ਕਰੇਗਾ ਅਤੇ ਇਸ ਜੀਵ ਦੇ ਸੰਸਾਰ ਦੇ ਵਿੱਚੋਂ ਜਾ ਕਰਕੇ ਵੀ ਬੈਕੁੰਠ ਦੇ ਵਿੱਚ ਸੁਧਾਰੇਗਾ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ, ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਕਹਿੰਦੇ ਜਿਹੜਾ ਅਜਾਮਲ ਸੀ, ਜਦੋਂ ਆਪਾਂ ਅਜਾਮਲ ਦਾ ਦ੍ਰਿਸ਼ਟਾਂਤ ਦੇਖਦੇ ਹਾਂ, ਅਜਾਮਲ ਦਾ ਇੱਕ ਇਹੋ ਜਿਹਾ ਦ੍ਰਿਸ਼ਟਾਂਤ ਹੈ ਕਿ ਸਭ ਤੋਂ ਪਹਿਲਾਂ ਅਜਾਮਲ ਇੱਕ ਸਦਾਚਾਰੀ ਬ੍ਰਾਹਮਣ ਸੀ। ਰਾਜੇ ਦਾ ਰਾਜ ਪੁਰੋਹਿਤ ਸੀ, ਉਸ ਦਾ ਪਿਤਾ ਰਾਜੇ ਦਾ ਰਾਜ ਪੁਰੋਹਿਤ ਸੀ। ਉਹ ਹੌਲੀ ਹੌਲੀ ਵਿਦਿਆ ਪੜ੍ਹਦਿਆਂ ਪੜ੍ਹਦਿਆਂ ਵਿਦਿਆ ਦੇ ਵਿੱਚ ਨਿਪੁੰਨ ਹੋ ਗਿਆ। ਕਰਦਿਆਂ ਕਰਦਿਆਂ ਕਹਿੰਦੇ ਦੇਵ ਨੇਤ ਦੇ ਨਾਲ ਉਸ ਦੇ ਪਿਤਾ ਦੀ ਮ੍ਰਿਤਿੂ ਹੋ ਗਈ। ਉਸ ਦੇ ਗੁਰੂ ਨੇ ਉਸ ਨੂੰ ਬਹੁਤ ਸਮਝਾਇਆ ਕਿ ਭਾਈ ਜਦੋਂ ਤੂੰ ਮੇਰੇ ਆਸ਼ਰਮ ਦੇ ਵਿੱਚ ਪੜ੍ਹਨ ਵਾਸਤੇ ਆਉਂਦਾ ਹੈ, ਤੂੰ ਇਸ ਸ਼ਹਿਰ ਦੇ ਵਿੱਚੋਂ ਦੀ ਨਹੀਂ ਆਉਣਾ, ਸ਼ਹਿਰ ਦੇ ਬਾਹਰ ਦੀ ਆਉਣਾ ਹੈ। ਕਹਿੰਦੇ ਕਾਫੀ ਸਮਾਂ ਉਹ ਸ਼ਹਿਰ ਦੇ ਬਾਹਰ ਆਉਂਦਾ ਰਿਹਾ, ਪਰ ਇੱਕ ਦਿਨ ਉਸ ਨੇ ਆਪਣੀ ਮੱਤ ਦਾ ਪ੍ਰਯੋਗ ਕਰ ਲਿਆ, ਆਪਣੀ ਮਨ ਮਰਜ਼ੀ ਕਰ ਲਈ, ਸ਼ਹਿਰ ਦੇ ਵਿੱਚੋਂ ਦੀ ਆਉਣਾ ਸ਼ੁਰੂ ਕਰ ਦਿੱਤਾ। ਜਿਹੜਾ ਉਹ ਸਦਾਚਾਰੀ ਬ੍ਰਾਹਮਣ ਸੀ, ਸਦਾਚਾਰੀ ਪੰਡਤ ਸੀ, ਰਾਜ ਪੁਰੋਹਿਤ ਸੀ, ਹੌਲੀ ਹੌਲੀ ਕਹਿੰਦੇ ਜਦੋਂ ਸ਼ਹਿਰ ਦੇ ਵਿੱਚ ਆਉਣਾ ਸ਼ੁਰੂ ਕੀਤਾ, ਸ਼ਹਿਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਕੁਝ ਵੇਸ਼ਵਾ ਰਹਿੰਦੀਆਂ ਸਨ। ਜਦੋਂ ਉਸਨੇ ਵੇਸ਼ਵਾ ਤੇ ਨਜ਼ਰ ਪਈ, ਹੌਲੀ ਹੌਲੀ ਉਸ ਮਾਰਗ ਤੇ ਆਉਂਦਿਆਂ ਜਾਂਦਿਆਂ ਮੇਲ ਮਿਲਾਪ ਹੋਇਆ। ਹੌਲੀ ਹੌਲੀ ਉਸ ਵੇਸ਼ਵਾ ਦੇ ਪਿੱਛੇ ਲੱਗ ਗਿਆ। ਉਸ ਵੇਸ਼ਵਾ ਦੇ ਪਿੱਛੇ ਲੱਗ ਕਰਕੇ ਜਦੋਂ ਅਸੀਂ ਉਸ ਦਾ ਜੀਵਨ ਦੇਖਦੇ ਹਾਂ ਕਿ ਇੱਕ ਸਦਾਚਾਰੀ ਬ੍ਰਾਹਮਣ ਦੇ ਉਤੋਂ ਹੌਲੀ ਹੌਲੀ ਇੱਥੋਂ ਤੱਕ ਉਸਨੇ ਪਾਪ ਕਮਾ ਲਏ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ, ਅਜਾਮਲ ਪਾਪੀ ਜਗ ਜਾਣੇ। ਕਹਿੰਦੇ ਇੱਕ ਵਿਅਕਤੀ ਨਹੀਂ ਜਾਣਦਾ, 2 ਵਿਅਕਤੀ ਨਹੀਂ ਜਾਣਦੇ, 5-7 10 ਵਿਅਕਤੀ ਨਹੀਂ ਜਾਣਦੇ, ਇੱਕ ਸ਼ਹਿਰ ਨਹੀਂ ਜਾਣਦਾ, ਇੱਕ ਡਿਸਟ੍ਰਿਕਟ ਨਹੀਂ ਜਾਣਦਾ, ਇੱਕ ਪ੍ਰਾਂਤ ਨਹੀਂ ਜਾਣਦਾ। ਅਜਾਮਲ ਪਾਪੀ ਜਗ ਜਾਣੇ। ਸਾਰਾ ਸੰਸਾਰ ਇਹ ਜਾਣਦਾ ਹੈ ਕਿ ਜਿਹੜਾ ਅਜਾਮਲ ਹੈ ਇਹ ਬਹੁਤ ਵੱਡਾ ਪਾਪੀ ਹੈ,
ਕਿਉਂ ਪਾਪੀ ਹੈ ਕਿ ਉਸਨੇ ਆਪਣੇ ਗੁਰੂ ਦੀ ਜਿਹੜੀ ਮੱਤ ਸੀ ਉਸ ਨੂੰ ਤਿਆਗ ਦਿੱਤਾ, ਜਿਹੜੀ ਦੁਰਮਤ ਸੀ ਉਸ ਨੂੰ ਧਾਰਨ ਕਰ ਲਿਆ, ਆਪਣੀ ਮਨ ਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਮਨ ਮਰਜ਼ੀ ਦੇ ਨਾਲ ਚੱਲਾਂਗੇ, ਆਪਣੀ ਮੱਤ ਦੇ ਅਨੁਸਾਰ ਚੱਲਾਂਗੇ, ਤਾਂ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਮਾੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਕਰਕੇ ਪਾਪੀ ਬਣ ਜਾਵਾਂਗੇ। ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਗੁਰਮਤ ਨੂੰ ਧਾਰਨ ਕਰਾਂਗੇ, ਗੁਰੂ ਦੀ ਮੱਤ ਨੂੰ ਧਾਰਨ ਕਰਾਂਗੇ, ਗੁਰਮਤ ਦੇ ਆਸ਼ੇ ਅਨੁਸਾਰ ਚੱਲਾਂਗੇ, ਤਾਂ ਸੁਭਾਵਿਕ ਹੈ ਜਿਹੜਾ ਸਾਡਾ ਜੀਵਨ ਹੈ ਉਹ ਸਫਲਤਾ ਵਾਲੇ ਪਾਸੇ ਚਲਿਆ ਜਾਵੇਗਾ। ਫਿਰ ਕਹਿੰਦੇ ਇੱਥੋਂ ਤੱਕ ਅਜਾਮਲ ਗਿਰ ਗਿਆ ਕਿ ਉਸੇ ਵੇਸ਼ਵਾ ਦੇ ਨਾਲ ਸ਼ਾਦੀ ਕਰਵਾ ਲਈ। ਰਾਜੇ ਨੇ ਉਸ ਰਾਜ ਦੇ ਵਿੱਚੋਂ ਨਿਕਾਲ ਦਿੱਤਾ, ਜੰਗਲ ਦੇ ਵਿੱਚ ਜਾ ਕਰਕੇ ਰਹਿਣਾ ਸ਼ੁਰੂ ਕਰ ਦਿੱਤਾ। ਇੱਕ ਨਹੀਂ, ਦੋ ਨਹੀਂ, 5-6 ਬੇਟੇ ਹੋ ਗਏ। ਉਧਰੋਂ ਕੀ ਦੇਵਨਾਥ ਦੇ ਨਾਲ ਕੀ ਸੰਜੋਗ ਬਣਦਾ ਹੈ ਕਿ ਇੱਕ ਮਹਾਤਮਾ ਆਏ, ਕਿਸੇ ਨੇ ਮਜ਼ਾਕ ਦੇ ਨਾਲ ਕਹਿ ਦਿੱਤਾ ਕਿ ਫਲਾਣੇ ਘਰ ਦੇ ਵਿੱਚ ਚਲੇ ਜਾਓ। ਜਦੋਂ ਮਹਾਤਮਾ ਉਸ ਘਰ ਦੇ ਵਿੱਚ ਜਾ ਕਰਕੇ ਪਹੁੰਚੇ, ਦੇਖਦੇ ਹਨ ਕਿ ਉਹ ਵੇਸ਼ਵਾ ਉਸ ਘਰ ਦੇ ਵਿੱਚ ਬੈਠੀ। ਮਹਾਤਮਾ ਨੂੰ ਕੋਈ ਪਤਾ ਨਹੀਂ, ਉਸੇ ਬੈਠ ਗਏ। ਪਰ ਜਦੋਂ ਵੇਸ਼ਵਾ ਨੇ ਦੇਖਿਆ ਕਿ ਸਾਡੇ ਘਰ ਦੇ ਵਿੱਚ ਮਹਾਤਮਾ ਆਏ ਹਨ, ਸਾਡੇ ਚੰਗੇ ਭਾਗ ਜਾਗੇ ਹਨ, ਕਹਿੰਦੇ ਉਸ ਵੇਸ਼ਵਾ ਨੇ ਉਸ ਸਮੇਂ ਅਜਾਮਲ ਨੂੰ ਕਿਹਾ ਕਿ ਅੱਜ ਅਸੀਂ ਕੋਈ ਦੂਸਰਾ ਭੋਜਨ ਨਹੀਂ ਬਣਾਉਣਾ, ਸਾਤਵਿਕ ਭੋਜਨ ਬਣਾਉਣਾ ਹੈ। ਉਸਨੇ ਕੇਸੀ ਇਸ਼ਨਾਨ ਕਰਕੇ ਸਾਤਵਿਕ ਭੋਜਨ ਬਣਾ ਕਰਕੇ ਮਹਾਤਮਾ ਨੂੰ ਛਕਾਇਆ ਅਤੇ ਫਿਰ ਮਹਾਤਮਾ ਨੂੰ ਰਾਤ ਨੂੰ ਬੇਨਤੀ ਕੀਤੀ ਕਿ ਹੇ ਮਹਾਤਮਾ ਜੀ, ਸਾਡੇ ਉੱਤੇ ਕਿਰਪਾ ਕਰੋ, ਸਾਨੂੰ ਸਾਰਾ ਸੰਸਾਰ ਪਾਪੀ ਕਹਿੰਦਾ ਹੈ। ਕਿਉਂ ਕਹਿੰਦਾ ਹੈ? ਕਿਉਂਕਿ ਅਸੀਂ ਨਿੰਦਿਤ ਕਰਮ ਕੀਤੇ ਹਨ, ਖੋਟੇ ਕਰਮ ਕੀਤੇ। ਕਹਿੰਦੇ ਮਹਾਤਮਾ ਨੇ ਇੱਕ ਢੰਗ ਦੱਸ ਦਿੱਤਾ, ਤਰੀਕਾ ਦੱਸ ਦਿੱਤਾ, ਜੁਗਤੀ ਦੱਸ ਦਿੱਤੀ ਕਿ ਭਾਈ ਤੁਹਾਡੇ ਘਰ ਦੇ ਵਿੱਚ ਜਿਹੜਾ ਬੱਚਾ ਪੈਦਾ ਹੋਵੇਗਾ, ਕੇਵਲ ਉਸ ਦਾ ਤੁਸੀਂ ਨਾਮ ਨਾਰਾਇਣ ਰੱਖ ਦਿਓ, ਉਸੇ ਦੁਆਰਾ ਹੀ ਤੁਹਾਡਾ ਜਿਹੜਾ ਕਲਿਆਣ ਹੋ ਜਾਵੇਗਾ। ਕਹਿੰਦੇ ਕੁਝ ਸਮੇਂ ਦੇ ਬਾਅਦ 7ਵਾਂ ਬੇਟਾ ਪੈਦਾ ਹੋਇਆ, ਉਸ ਦਾ ਨਾਮ ਨਾਰਾਇਣ ਰੱਖ ਦਿੱਤਾ। ਮੈਂ ਵਿਸਤਾਰ ਵੱਲ ਨਾ ਜਾਵਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਕਹਿੰਦੇ ਉਸ ਬੇਟੇ ਦੇ ਨਾਲ ਅਜਾਮਲ ਦਾ ਇੰਨਾ ਪਿਆਰ ਪੈ ਗਿਆ ਕਿ ਹਰ ਸਮੇਂ ਉਸ ਨੂੰ ਆਵਾਜ਼ਾਂ ਮਾਰਦਾ। ਜਦੋਂ ਉਸ ਦਾ ਅੰਤ ਕਾਲ ਆਇਆ, ਅੰਤ ਸਮਾਂ ਆਇਆ, ਉਹ ਆਵਾਜ਼ਾਂ ਮਾਰ ਰਿਹਾ ਸੀ ਆਪਣੇ ਬੱਚੇ ਨਾਰਾਇਣ ਨੂੰ। ਉਧਰੋਂ ਜਮ ਦੇ ਦੂਤ ਲੈਣ ਵਾਸਤੇ ਆ ਗਏ। ਜਦੋਂ ਉਸਨੇ ਨਾਰਾਇਣ ਨਾਰਾਇਣ ਪੁਕਾਰਿਆ ਤਾਂ ਕਹਿੰਦੇ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦੇ ਪਾਰਸ਼ਦ ਆ ਗਏ। ਜਿਹੜੇ ਜਮ ਦੇ ਦੂਤ ਸੀ ਉਹ ਦੌੜ ਗਏ ਅਤੇ ਅਜਾਮਲ ਨੂੰ ਉਸ ਪਰਮਾਤਮਾ ਦੇ ਜਿਹੜੇ ਪਾਰਸ਼ਦ ਸਨ ਉਹ ਲੈ ਕਰਕੇ ਬੈਕੁੰਠ ਦੇ ਵਿੱਚ ਚਲੇ ਗਏ। ਇਸ ਕਰਕੇ ਜਦੋਂ ਭਾਈ ਅਸੀਂ ਕਿਸ ਗੁਰਮੁਖ ਪਿਆਰੇ ਦੀ ਸੰਗਤ ਦੇ ਵਿੱਚ ਜਾਵਾਂਗੇ, ਕਿਸੇ ਗੁਰਮੁਖ ਪਿਆਰੇ ਦਾ ਸੰਗ ਕਰਾਂਗੇ, ਉਹ ਗੁਰਮੁਖ ਪਿਆਰਾ ਸਾਨੂੰ ਕੋਈ ਢੰਗ, ਕੋਈ ਤਰੀਕਾ, ਕੋਈ ਯੁਕਤੀ ਦੱਸ ਦੇਵੇਗਾ, ਜਿਸ ਦੇ ਬਾਰੇ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਜਦੋਂ ਅਸੀਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਦੀ ਸ਼ਰਨ ਦੇ ਵਿੱਚ ਜਾਵਾਂਗੇ, ਉਸ ਦਾ ਸੰਗ ਕਰਾਂਗੇ, ਉਹ ਸਾਨੂੰ ਕੋਈ ਨਾ ਕੋਈ ਢੰਗ ਤਰੀਕਾ ਦੱਸ ਦੇਵੇਗਾ, ਜਿਸ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਵੇਗਾ। ਇਸ ਕਰਕੇ ਜਿਹੜਾ ਅਜਾਮਲ ਦਾ ਦ੍ਰਿਸ਼ਟਾਂਤ ਹੈ, ਪਹਿਲਾਂ ਸਦਾਚਾਰੀ ਸੀ, ਫਿਰ ਪਾਪੀ ਬਣ ਗਿਆ। ਫਿਰ ਜਦੋਂ ਉਸਨੇ ਨਾਮ ਨੂੰ ਧਿਆਉਣਾ ਕੀਤਾ, ਨਾਰਾਇਣ ਨਾਰਾਇਣ ਜਪਣਾ ਕੀਤਾ, ਉਸ ਮੁਕਤੀ ਨੂੰ ਪ੍ਰਾਪਤ ਹੋ ਗਿਆ, ਉਸ ਪਦ ਨੂੰ ਪ੍ਰਾਪਤ ਹੋ ਗਿਆ। ਕਿਹੜੇ ਪਦ ਨੂੰ? ਜਾਂ ਗਤ ਕੋ ਜੋਗੀ ਸੁਰ ਬਾਂਸ਼ਤ ਸੋ ਗਤ ਛਿਨ ਮਹਿ ਪਾਈ। ਕਹਿੰਦੇ ਜਿਹੜੇ ਜੋਗੀਆਂ ਦੇ ਈਸ਼ਵਰ ਵੀ ਮਹਾਜੋਗੀ ਹਨ, ਜਿਸ ਗਤੀ ਨੂੰ ਲੋਚਦਿਆਂ ਹੋਇਆਂ ਦਿਨ ਰਾਤ ਭਗਤੀ ਕਰਦੇ ਹਨ ਕਿ ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇ, ਸਾਡੀ ਗਤੀ ਹੋ ਜਾਵੇ, ਉਸ ਗਤੀ ਨੂੰ ਅਜਾਮਲ ਪ੍ਰਾਪਤ ਹੋ ਗਿਆ। ਇਸ ਵਾਸਤੇ ਭਾਈ ਅਸੀਂ ਆਪਣੇ ਜੀਵਨ ਦੇ ਵਿੱਚ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ, ਪਰ ਸਾਡੇ ਅੰਦਰ ਕੇਵਲ ਤਾਂ ਕੇਵਲ ਦ੍ਰਿੜਤਾ ਹੋਣੀ ਚਾਹੀਦੀ ਹੈ, ਵਿਸ਼ਵਾਸ ਹੋਣਾ ਚਾਹੀਦਾ ਹੈ ਉਸ ਪਰਮਾਤਮਾ ਦੇ ਨਾਮ ਦੇ ਪ੍ਰਤੀ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਨਾਹਨ ਗੁਣ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਕਹਿੰਦੇ ਜਿਹੜਾ ਗਜ ਸੀ, ਹਾਥੀ ਸੀ, ਨਾ ਉਹਦੇ ਕੋਲ ਕੋਈ ਵਿਦਿਆ ਸੀ, ਨਾ ਉਹਦੇ ਕੋਲ ਕੋਈ ਗੁਣ ਸੀ, ਨਾ ਉਸਨੇ ਕੋਈ ਧਰਮ ਕੀਤਾ ਸੀ। ਕੇਵਲ ਤਾਂ ਕੇਵਲ ਇੱਕ ਫੁੱਲ ਫੜ ਕਰਕੇ ਪਰਮਾਤਮਾ ਨੂੰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਚੜਾਇਆ ਸੀ, ਜਿਸ ਦੇ ਦੁਆਰਾ ਭਗਵਾਨ ਭੱਜ ਕਰਕੇ ਆ ਕਰਕੇ ਉਸ ਨੂੰ ਤੰਦੂਏ ਦੀ ਗ੍ਰਿਪ ਦੇ ਵਿੱਚੋਂ ਛਡਾ ਦਿੱਤਾ। ਉਸ ਗਜ ਨੂੰ, ਉਸ ਹਾਥੀ ਨੂੰ ਮੁਕਤ ਕਰਵਾ ਦਿੱਤਾ। ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤਿਹ ਦਿੱਤਾ। ਕਹਿੰਦੇ ਉਸ ਗਜ ਨੂੰ, ਉਸ ਹਾਥੀ ਨੂੰ ਅਭੈ ਦਾਨ ਦੇ ਦਿੱਤਾ। ਜਿਹੜਾ ਭੈ ਦਾ ਮਾਰਾ ਚਾਂਗਰਾ ਮਾਰਦਾ ਸੀ, ਬਾਰ-ਬਾਰ ਕਰਲਾਉਂਦਾ ਸੀ,
ਉਸ ਨੂੰ ਅਭੈ ਦਾਨ ਦਿੱਤਾ। ਅੱਜ ਵੀ ਆਪਾਂ ਜਦੋਂ ਉਸ ਗੱਜ ਦਾ ਦ੍ਰਿਸ਼ਟਾਂਤ ਦੇਖਦੇ ਹਾਂ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਵਿਸਤਾਰ ਕਰੀਏ। ਇਸ ਵਾਸਤੇ ਭਾਈ ਇਹ ਜਿੰਨੇ ਵੀ ਦ੍ਰਿਸ਼ਟਾਂਤ ਹਨ, ਪ੍ਰਮਾਣ ਹਨ, ਇਹ ਸਾਨੂੰ ਇਸੇ ਵਾਸਤੇ ਸਾਰੇ ਦਿੱਤੇ ਜਾਂਦੇ ਹਨ ਕਿ ਇਹਨਾਂ ਪ੍ਰਮਾਣਾਂ ਨੂੰ, ਇਹਨਾਂ ਦ੍ਰਿਸ਼ਟਾਂਤਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਉਤਾਰੀਏ। ਕਿਉਂਕਿ ਇਹਨਾਂ ਪ੍ਰਮਾਣਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਾਨੂੰ ਵੀ ਸਤਿਗੁਰੂ ਪਾਤਸ਼ਾਹ ਉਹੀ ਕਿਰਪਾ ਕਰਦੇ ਹਨ ਕਿ ਭਾਈ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਅਗਰ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਤਾਂ ਕਿਵੇਂ ਜਪਣਾ ਹੈ? ਜਿਸ ਤਰ੍ਹਾਂ ਧਰੂ ਨੇ ਜਪਿਆ ਹੈ, ਜਿਸ ਤਰ੍ਹਾਂ ਪ੍ਰਹਿਲਾਦ ਨੇ ਜਪਿਆ ਹੈ, ਜਿਸ ਤਰ੍ਹਾਂ ਪ੍ਰਹਿਲਾਦ ਵਰਤਿਓ ਪਰਮ ਪਿਤਾ ਪਰਮਾਤਮਾ ਪ੍ਰਗਟ ਹੋ ਗਿਆ, ਇਸੇ ਤਰ੍ਹਾਂ ਹੀ ਸਾਡੇ ਹਿਰਦੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਵੇਗਾ। ਪਰ ਸ਼ਰਤ ਕੀ ਹੈ ਕਿ ਅਸੀਂ ਸ਼ਰਧਾਵਾਨ ਹੋ ਕਰਕੇ ਉਸ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰੀਏ। ਸੋ ਸਾਧ ਸੰਗਤ ਜੀ, ਇੱਥੇ ਹੀ ਵਿਚਾਰਾਂ ਦੀ ਸਮਾਪਤੀ ਹੈ। ਅੱਜ ਦਾ ਜੋ ਦਿਹਾੜਾ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਅੱਜ ਦੇ ਦਿਹਾੜੇ ਸਾਹਿਬੇ ਕਮਾਲ, ਅੰਮ੍ਰਿਤ ਦੇ ਦਾਤੇ, ਸ਼ਮਸ਼ੀਰੇ ਬਹਾਦਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਨੰਦੇੜ ਦੇ ਵਿੱਚ ਜੋਤੀ ਜੋਤ ਸਮਾਉਣ ਦਾ ਉਹਨਾਂ ਦਾ ਅੱਜ ਦਾ ਦਿਹਾੜਾ ਹੈ। ਜਦੋਂ ਆਪਾਂ ਉਸ ਸਾਰੇ ਪ੍ਰਸੰਗ ਨੂੰ ਸੰਗਤਾਂ ਜਾਣਦੀਆਂ ਹਨ ਕਿ ਵਜ਼ੀਰ ਖਾਨ ਦੇ ਭੇਜੇ ਹੋਏ ਜਿਹੜੇ ਪਠਾਨ ਗਏ ਸਨ, ਜਿਨ੍ਹਾਂ ਦੇ ਖੰਜਰ ਮਾਰਨ ਦੇ ਕਾਰਨ ਗੁਰੂ ਪਾਤਸ਼ਾਹ ਦੇ ਜ਼ਖਮ ਹੋ ਗਿਆ। ਫਿਰ ਉਹ ਜ਼ਖਮ ਹੌਲੀ ਹੌਲੀ ਸਹੀ ਵੀ ਹੋ ਗਿਆ, ਪਰ ਇੱਕ ਕਿਸੇ ਗੁਰਸਿੱਖ ਪਿਆਰੇ ਨੇ ਆ ਕਰਕੇ ਕਮਾਨ ਚੜਾਇਆ। ਕੁਝ ਗੁਰਸਿੱਖਾਂ ਨੇ ਉਸ ਤੇ ਤੀਰ ਚੜਾਉਣਾ ਚਾਹਿਆ ਪਰ ਨਹੀਂ ਚੜਿਆ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਕਮਾਨ ਫੜ ਕੇ ਜਦੋਂ ਕਹਿੰਦੇ ਤੀਰ ਦੁਬਾਰਾ ਚੜਾਉਣ ਲੱਗੇ, ਜ਼ੋਰ ਦੇ ਨਾਲ ਤੀਰ ਚੜਾਇਆ, ਚੜਾ ਕਰਕੇ ਤੀਰ ਛੱਡਿਆ, ਉਹ ਜ਼ਖਮ ਦੁਬਾਰਾ ਫਿਰ ਖੁੱਲ ਗਿਆ ਅਤੇ ਇੰਨਾ ਖੁੱਲ ਗਿਆ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਕਹਿ ਦਿੱਤਾ ਕਿ ਭਾਈ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਾਰੀਅਲ 5 ਪੈਸੇ ਰੱਖ ਕਰਕੇ, ਗੁਰਤਾ ਗੱਦੀ ਦੇ ਕਰਕੇ ਗੁਰਸਿੱਖਾਂ ਨੂੰ, ਸਾਨੂੰ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜ ਕਰਕੇ ਸਾਨੂੰ ਕੀ ਆਗਿਆ ਕੀਤੀ ਕਿ ਭਾਈ ਜਿਹੜੇ ਮੇਰੇ ਪ੍ਰਾਣ ਹਨ ਉਹ ਪੰਥ ਵਿੱਚ ਹਨ ਅਤੇ ਜਿਹੜੀ ਮੇਰੀ ਆਤਮਾ ਹੈ ਉਹ ਗ੍ਰੰਥ ਵਿੱਚ ਹੈ। ਇਸ ਵਾਸਤੇ ਅਸੀਂ ਗ੍ਰੰਥ ਅਤੇ ਪੰਥ ਦੋਨਾਂ ਨੂੰ ਲੈ ਕਰਕੇ ਚੱਲਣਾ ਹੈ। ਅਸੀਂ ਗ੍ਰੰਥ ਦੇ ਉੱਤੇ ਵੀ ਸ਼ਰਧਾ ਰੱਖਣੀ ਹੈ ਅਤੇ ਪੰਥ ਦੇ ਉੱਤੇ ਵੀ ਸ਼ਰਧਾ ਰੱਖਣੀ ਹੈ, ਕਿਉਂਕਿ ਗ੍ਰੰਥ ਦੇ ਵਿੱਚੋਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ। ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਨਾਲ ਕੋਈ ਗੱਲਾਂ ਕਰਨੀਆਂ ਹੋਣ, ਆਪਣੇ ਵਿਚਾਰ ਰੱਖਣੇ ਹੋਣ, ਸਤਿਗੁਰੂ ਪਾਤਸ਼ਾਹ ਤੋਂ ਕੋਈ ਆਗਿਆ ਲੈਣੀ ਹੋਵੇ, ਜਦੋਂ ਅਸੀਂ ਜਾ ਕਰਕੇ ਬਾਣੀ ਪੜਾਂਗੇ ਸਤਿਗੁਰੂ ਸਾਡੇ ਹਰ ਸਵਾਲ ਦਾ ਜਵਾਬ ਦੇਣਗੇ। ਇਸ ਵਾਸਤੇ ਭਾਈ ਆਪਾਂ ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਿਆ ਹੈ, ਅਸੀਂ ਸਾਰੇ ਹੀ ਬਾਣੀ ਦੇ ਨਾਲ ਜੁੜੀਏ ਅਤੇ ਨਾਲ ਹੀ ਆਪਣੇ ਪੰਥ ਦੇ ਨਾਲ ਜੁੜੀਏ, ਜਿਸ ਦੇ ਦੁਆਰਾ ਸਾਨੂੰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪ੍ਰਾਪਤੀ ਹੋਵੇ। ਸੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਕਰਕੇ ਸੱਚਖੰਡ ਪਿਆਨਾ ਕਰ ਗਏ। ਆਓ ਆਪਾਂ ਸਾਰੇ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕਰੀਏ ਕਿ ਜਿਹੋ ਜੀ ਸ਼ਰਧਾ, ਜਿਹੋ ਜੀ ਭਾਵਨਾ ਪ੍ਰਹਿਲਾਦ ਦੇ ਅੰਦਰ ਸੀ, ਸਤਿਗੁਰੂ ਪਾਤਸ਼ਾਹ ਦਇਆ ਕਰ, ਮਿਹਰ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ। ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਇਹੋ ਜੀ ਦ੍ਰਿੜਤਾ ਆਵੇ, ਇਹੋ ਜਿਹਾ ਨਾਮ ਦੇ ਪ੍ਰਤੀ ਵਿਸ਼ਵਾਸ ਆਵੇ ਕਿ ਅਸੀਂ ਉਸ ਨਾਮ ਦੀ ਆਰਾਧਨਾ ਦ੍ਰਿੜਤਾ ਦੇ ਨਾਲ, ਵਿਸ਼ਵਾਸ ਦੇ ਨਾਲ ਕਰੀਏ, ਤਾਂ ਜੋ ਸਾਡੇ ਹਿਰਦੇ ਦੇ ਵਿੱਚ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਵੇ ਅਤੇ ਅਸੀਂ ਆਪਣੇ ਇਸ ਮਨੁੱਖ ਜਨਮ ਨੂੰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪ੍ਰਾਪਤੀ ਨੂੰ ਪ੍ਰਾਪਤ ਕਰਕੇ ਸੁਰਖਰੂ ਹੋ ਕਰਕੇ ਦਰਗਾਹ ਦੇ ਵਿੱਚ ਜਾ ਸਕੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਮੂਹ ਪ੍ਰਬੰਧਕ ਕਮੇਟੀ ਦਾ, ਪ੍ਰਬੰਧਕ ਸੱਜਣਾ ਦਾ, ਸਾਡੇ ਸਤਿਕਾਰਯੋਗ ਗਿਆਨੀ ਤਰਸੇਮ ਸਿੰਘ ਜੀ, ਜਿਨ੍ਹਾਂ ਦੇ ਉਦਮ ਪੁਰਸ਼ਾਰਥ ਸਦਕਾ ਆਪ ਸੰਗਤਾਂ ਦੇ ਦਰਸ਼ਨ ਹੋਏ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਕੁਝ ਵਿਚਾਰਾਂ ਕਰਨ ਦਾ ਆਪਾਂ ਨੂੰ ਸਮਾਂ ਮਿਲਿਆ। ਜੋ ਆਪਾਂ ਵਿਚਾਰਾਂ ਕੀਤੀਆਂ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਿਚਾਰੀਏ। ਆਪਣੇ ਜੀਵਨ ਦੇ ਵਿੱਚ ਜਿਵੇਂ ਜਿਵੇਂ ਅਸੀਂ ਇਹਨਾਂ ਵਿਚਾਰਾਂ ਨੂੰ ਵਿਚਾਰਾਂਗੇ, ਬਾਣੀ ਨੂੰ ਵਿਚਾਰਾਂਗੇ, ਬਾਣੀ ਪੜਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਸਾਡਾ ਇਹ ਮਨੁੱਖ ਜਨਮ ਸਫਲ ਹੋਵੇਗਾ। ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,